जलन बुझे शीतल होए मनुआ, सतगुर का दर्शन पाए जियो। सो कहो टल गुर सेविय, ऐनस सहज सुपाए। दर्शन परसै गुरु कै, जन्म मरण दुख जाए। होवै सिफत खसामदी, नूर अरशों कुरसो झटिया। तुद डिठै सच्चे पातशाह, मल जन्म जन्म दी कटिया। सतनाम वाहिगुरु जी, बसंत महला पंजवा। हटवाणी धन माल हट कीत, जुआरी जुए माहे चीत। अमली जीवै अमल खाए, त्यों हर जन जीवै हर ध्याए। हटवाणी धन माल हाट कीत, जुआरी जुए माहे चीत। अमली जीवै अमल खाए, त्यों हर जन जीवै हर ध्याए। अपने रंग सब को रचै, जित प्रभ लाया तित तित लगै। रहाऊ मेघ समय मोर निरतकार, चंद देख बिगसै कौलार। माता बारक देख आनंद, त्यों हर जन जीवै जप गोबिंद। सिंह रुचै सद भोजन मास, रण देख सूरे चित उलास। किरपन कौ अत धन प्यार, हर जन कौ हर हर आधार। सर्ब रंग एक रंग माहे, सर्ब सुखा सुख हर कै नाए। तिसे प्राप्त एहो निदान, नानक गुर जिस करे दान। सर्ब रंग एक रंग माहे, सर्ब सुखा सुख हर कै नाए। तिसे प्राप्त एहो निदान, नानक गुर जिस करे दान। वाहिगुरु जी का खालसा, वाहिगुरु जी की फतेह। परम सन्मानयोग गुरु प्यारी गुरु सवारी साध संगत जी, ये जो पावन शब्द
ਆਪ ਜੀ ਨੇ ਸਰਵਣ ਕੀਤਾ ਹੈ। ਪਾਵਨ ਅੰਗ ਹੈ 1180। ਇਸ ਦੀ ਪਾਵਨ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਸਤਿਕਾਰ ਸਨਮਾਨਯੋਗ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਕਾਰ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਅਤੇ ਉਹਨਾਂ ਦੇ ਸੰਯੋਗੀ ਕਰਵਾ ਰਹੇ ਹਨ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਵਾਲਿਆਂ ਵੱਲੋਂ ਵੀ ਸੇਵਾ ਚੱਲ ਰਹੀ ਹੈ। ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਮੌਕੇ 'ਤੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਵਾਸਤੇ ਜਥਾ ਭੇਜਿਆ ਜਾਣਾ ਹੈ। ਜਿਨ੍ਹਾਂ ਨੇ ਯਾਤਰਾ ਕਰਨ ਜਾਣਾ ਆਪਣਾ ਅਸਲੀ ਪਾਸਪੋਰਟ, 4 ਫੋਟੋ ਪਾਸਪੋਰਟ ਸਾਈਜ਼, ਵੋਟਰ ਕਾਰਡ ਜਾਂ ਆਧਾਰ ਕਾਰਡ ਦੀ ਫੋਟੋ ਕਾਪੀ 200 ਰੁਪਏ ਵੀਜ਼ਾ ਫੀਸ ਦੇ ਸਮੇਤ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 20 ਫਰਵਰੀ ਤੱਕ ਜਮ੍ਹਾਂ ਕਰਵਾ ਦੇਵੋ, ਤਾਂ ਜੋ ਗੁਰਧਾਮਾਂ ਦੀ ਯਾਤਰਾ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ। ਅਗਲੇ ਸਮੇਂ ਵਾਸਤੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਗਲ ਛੱਡ ਕੇ ਗਇਓ ਤੁਹਾਰੋ ਦਵਾਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਦੇ ਦਰ 'ਤੇ ਤੁਰ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਸੋ ਇਸ ਤੋਂ ਵੀ ਪ੍ਰਥਮ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰੀਆਂ ਭਰੀਆਂ, ਨਿਤਨੇਮ ਵਿੱਚ ਹਾਜ਼ਰੀਆਂ ਭਰੀਆਂ। ਸਤਿਗੁਰੂ ਜੀ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ। ਬਹੁਤ ਸਾਰੀਆਂ ਸੰਗਤਾਂ ਨੇ ਸਮੇਂ ਸਮੇਂ ਆਨੰਦ ਲਿਆ। ਕਥਾ ਦਾ ਸਮਾਂ ਆਇਆ ਹੈ ਜੋ ਰੋਜ਼ਾਨਾ ਦੀ ਮਰਜ਼ਾਦਾ ਹੈ। ਸਤਿਗੁਰੂ ਜੀ ਬਸੰਤ ਰਾਗ ਦੇ ਵਿੱਚ ਕਿਰਪਾ ਕਰ ਰਹੇ ਹਨ। ਸਾਧ ਸੰਗਤ ਜੀ, ਆਪਾਂ ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸਜ ਕੇ ਤੁਰ ਕੀ ਬਾਣੀ, ਇਸੇ ਤਰ੍ਹਾਂ ਦੂਰ ਦਰਾਡੇ ਪਿੰਡਾਂ ਸ਼ਹਿਰਾਂ ਵਿੱਚ, ਦੇਸ਼ ਔਰ ਵਿਦੇਸ਼ਾਂ ਵਿੱਚ ਟਾਈਮ ਟੀਵੀ ਚੜ੍ਹਦੀ ਕਲਾ ਦੇ ਉਪਰਾਲੇ ਸਦਕਾ ਬਹੁਤ ਸਾਰੀਆਂ ਸੰਗਤਾਂ ਇਸ ਗੁਰਮਤਿ ਸਮਾਗਮ ਨਾਲ ਜੁੜਦੀਆਂ ਨੇ, ਗੁਰਬਾਣੀ ਦਾ ਆਨੰਦ ਲੈਂਦੀਆਂ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਦੇ ਹਨ। ਜਿਵੇਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਪ੍ਰਜੀਵਿਕਾ ਲਈ ਕਿਰਤ ਕਰਨ ਦੀ ਜ਼ਰੂਰਤ ਹੁੰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਬੇਨਤੀਆਂ ਕੀਤੀਆਂ, ਸਤਿਗੁਰੂ ਜੀ ਗੁਰਸਿੱਖ ਨੂੰ
ਕਿਹੋ ਜਿਹਾ ਵਪਾਰ ਕਰਨਾ ਚਾਹੀਦਾ ਹੈ, ਕਿਹੋ ਜਿਹੀ ਕਿਰਤ ਕਰਨੀ ਚਾਹੀਦੀ ਹੈ। ਕਿਉਂਕਿ ਬਹੁਤ ਸਾਰੇ ਵਪਾਰੀ ਲੋਕ, ਸੌਦਾਗਰ ਲੋਕ ਵਪਾਰ ਕਰਦੇ ਹਨ। ਬਹੁਤ ਸਾਰੇ ਹੱਟਾਂ 'ਤੇ, ਦੁਕਾਨਾਂ 'ਤੇ ਬੈਠ ਕੇ ਹੱਟ ਚਲਾਉਂਦੇ ਨੇ, ਅਲੱਗ-ਅਲੱਗ ਤਰ੍ਹਾਂ ਦੀ ਕਿਰਤ ਕਰਦੇ ਨੇ। ਸਾਡੇ ਵਾਸਤੇ ਕੀ ਹੁਕਮ ਹੈ? ਗੁਰਸਿੱਖ ਨੂੰ ਅੰਦਰੂਨੀ ਤੌਰ 'ਤੇ ਆਪਣੀ ਇਹ ਮਾਨਸਿਕ ਯਾਤਰਾ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ ਨਾਲ ਕੀ ਕਰਨਾ ਚਾਹੀਦਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਇਸ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਅਤੇ ਦਾਸਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਸਤੇ ਸਰਬੱਤ ਸੰਗਤਾਂ ਨੇ ਗੱਜ ਕੇ ਫਤਿਹ ਬੁਲਾਉਣੀ ਹੈ। ਕੋਈ ਵੀ ਰਸਨਾ ਫਤਿਹ ਬੁਲਾਉਣ ਤੋਂ ਵਾਂਝੀ ਨਾ ਰਵੇ। ਸਰਬੱਤ ਸੰਗਤ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਕਰ ਰਹੇ ਹਨ, ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸਰਵਣ ਕਰੀਏ। ਵਾਹਿਗੁਰੂ ਜੀ। ਬਸੰਤ ਮਹੱਲਾ ਪੰਜਵਾ। ਹਟਵਾਣੀ ਧਨ ਮਾਲ ਹਾਟ ਕੀਤ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਜੀ ਜੈਸੇ ਦੁਕਾਨਦਾਰ ਲੋਕ ਨੇ ਉਹ ਆਪਣੇ ਹੱਟਾਂ ਵਿੱਚ ਬੈਠ ਕੇ ਪੂੰਜੀ ਇਕੱਤਰ ਕਰਦੇ ਹਨ, ਇਸੇ ਤਰ੍ਹਾਂ ਹਟਵਾਣੀ ਜਿਹੜੇ ਉਹ ਹੱਟ ਨੂੰ ਚਲਾਉਣ ਵਾਲੀ ਹੈ, ਜਿਹੜੇ ਹਟਵਾਣੀਏ ਬਾਣੀਏ ਕਹਿ ਲਈਏ, ਜਾਂ ਜੋ ਵੀ ਦੁਕਾਨ ਦਾ ਕਰਿੰਦਾ ਹੈ, ਦੁਕਾਨ ਨੂੰ ਕਰਨ ਵਾਲਾ, ਦੁਕਾਨ ਦਾ ਮਾਲਕ ਹੈ, ਉਹ ਕਹਿੰਦੇ ਧਨ ਮਾਲ ਇਕੱਠਾ ਕਰਦੇ ਨੇ, ਭਾਵ ਵਪਾਰ ਵਿੱਚੋਂ ਲਾਭ ਪੈਦਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਖਿਆਲ ਰੱਖਿਓ, ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ। ਕਹਿੰਦੇ ਭਾਈ ਵਣਜ ਕਰੋ ਪਰ ਅਸਲੀ ਵੱਖਰ ਨੂੰ ਸੰਭਾਲ ਕੇ ਰੱਖਿਓ, ਕਿਉਂਕਿ ਐਸੀ ਵਸਤ ਵਸਾਹੀ ਹੈ ਜੈਸੀ ਨਿਭੈ ਨਾਲ, ਅੱਗੇ ਸਾਉ ਸੁਜਾਨ ਹੈ ਲੈਸੀ ਵਸਤ ਪਛਾਣ। ਅੱਗੇ ਜਿਹੜਾ ਮਾਲਕ ਹੈ ਨਾ, ਉਹਨੇ ਵਸਤੂ ਦੀ ਪਛਾਣ ਕਰ ਲੈਣੀ ਹੈ ਕਿ ਅਸਲ ਵਿੱਚ ਜਿਹੜੀ ਤੁਸੀਂ ਨਾਮ ਧਨ ਦੀ ਵਸਤੂ ਇਕੱਤਰ ਕਰਨੀ ਸੀ ਉਹ ਕਿੰਨੀ ਇਕੱਤਰ ਕੀਤੀ ਹੈ। ਉੱਥੇ ਕੋਈ ਪੜਦਾ ਨਹੀਂ ਰਹਿਣਾ, ਉੱਥੇ ਤਾਂ ਭਾਈ ਉੱਥੇ ਸੱਚੋ ਹੀ ਸੱਚ ਨਿਬੜਾ ਹੈ, ਸੱਚੋ ਸੱਚ ਨਿਬੜਨਾ ਹੈ। ਇਸ ਕਰਕੇ ਜਿਵੇਂ ਕਹਿੰਦੇ ਅਸੀਂ ਆਪਣੀ ਪ੍ਰਜੀਵਿਕਾ ਵਾਸਤੇ ਹੱਟ ਚਲਾਉਂਦੇ ਹਾਂ ਤੇ ਹੱਟ ਦੇ ਵਿੱਚ ਵਪਾਰ ਕਰਦੇ ਹਾਂ, ਬਹੁਤ ਸਾਰੀਆਂ ਵਸਤੂਆਂ ਰੱਖਦੇ ਹਾਂ ਤੇ ਉਹਨਾਂ ਵਸਤੂਆਂ ਨੂੰ ਅੱਗੇ ਲਾਭ ਲੈ ਕੇ ਅੱਗੇ ਵੇਚਦੇ ਹਾਂ। ਵੈਸੇ ਜਿੰਨਾ ਮਰਜ਼ੀ ਅਸੀਂ ਕਹਿ ਲਈਏ ਕਿ ਅਸੀਂ ਬਿਨਾਂ ਲਾਭ ਤੋਂ ਇਹ ਵਸਤੂਆਂ ਨੂੰ ਅੱਗੇ ਦੇ ਰਹੇ ਹਾਂ, ਮਹਾਰਾਜ ਕਹਿੰਦੇ ਨਹੀਂ ਭਾਈ, ਬਿਕ ਸੰਚੈ ਹਟਵਾਣੀਆਂ ਬੈ ਹਾਟ ਕਮਾਏ, ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ। ਕਹਿੰਦੇ ਉਹਨੂੰ ਬੋਲਣਾ ਪੈਂਦਾ ਹੈ ਕਿ ਆਹ ਵਸਤੂ ਇੰਨੇ ਦੀ ਹੈ, ਤੇ ਇਸੇ ਤਰ੍ਹਾਂ ਅੰਤਰੀਵ ਤੌਰ ਤੇ ਕਹਿੰਦੇ ਤੂੰ ਕਹਿ ਕਿ ਮੇਰਾ ਅੱਜ ਕੋਈ ਨੁਕਸਾਨ ਨਹੀਂ ਹੋਇਆ, ਨਹੀਂ, ਤੈਨੂੰ ਤੇ 24,000 ਸਵਾਸਾਂ ਦਾ 8 ਪਹਿਰਾਂ ਦੇ ਵਿੱਚ ਨੁਕਸਾਨ ਹੋ ਜਾਣਾ। ਇਸ ਵਾਸਤੇ ਜਿਵੇਂ ਹਰ ਤਰ੍ਹਾਂ ਦਾ ਹਿਸਾਬ ਰੱਖਦਾ ਹਟਵਾਣੀਆਂ, ਹੱਟ ਨੂੰ ਚਲਾਉਣ ਵਾਲਾ, ਹੱਟ ਦਾ ਮਾਲਕ, ਵੀ ਮੈਂ ਇੰਨਾ ਕੱਪੜਾ ਲਿਆਂਦਾ, ਇਹਦਾ ਇੰਨਾ ਮੈਨੂੰ ਲਾਭ ਹੋਇਆ, ਇੰਨੀਆਂ ਮੈਂ ਆਹ ਵਸਤੂਆਂ ਲਿਆਂਦੀਆਂ, ਉਹਦਾ ਮੈਨੂੰ ਆਹ ਲਾਭ ਹੋਇਆ। ਤੇ ਇੱਥੇ ਕਿਹੜੀ ਹੱਟ ਹੈ ਜਿਹਦੇ ਵਿੱਚ ਤੂੰ ਵਪਾਰ ਕਰ ਰਿਹਾ? ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹਾਨ ਹੱਟ ਕਰ ਆਰਜਾ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਣਸਾਲ ਤਿਸ ਵਿੱਚ ਤਿਸ ਨੂੰ ਰੱਖ। ਇਹ ਕਹਿੰਦੇ ਅਸਲ ਵਿੱਚ ਤੈਨੂੰ ਹੱਟ ਦਿੱਤਾ ਪ੍ਰਮਾਤਮਾ ਨੇ, ਇਹ ਜਿਹੜੀ ਨੌ ਨਰਾਇਣੀ ਦੇਹ ਦਿੱਤੀ ਹੈ ਨਾ, ਹਾਨ ਹੱਟ ਕਰ ਆਰਜਾ। ਤੇ ਵਪਾਰ ਕਿਹਦੇ ਰਾਹੀਂ ਕਰ ਰਿਹਾ? ਕਹਿੰਦੇ ਵਪਾਰ ਕਰਨ ਵਾਲੀ ਤੇਰੇ ਕੋਲੇ ਵਸਤੂ ਕੀ ਆ? ਕਹਿੰਦੇ ਉਹ ਤੇਰੀ ਉਮਰ ਹੈ। ਇਹ ਆਰਜਾ ਜਿਵੇਂ ਜਿਵੇਂ ਬੀਤਦੀ ਜਾ ਰਹੀ ਹੈ,
ਕੀ ਜਿੰਨੀ ਆਰਜਾ ਬੀਤ ਰਹੀ ਹੈ, ਜਿੰਨਾ ਤੇਰਾ ਰੋਜ਼ ਨੁਕਸਾਨ ਹੋ ਰਿਹਾ, ਤੈਨੂੰ ਇਹਦੇ ਬਰਾਬਰ ਲਾਭ ਹੋ ਰਿਹਾ। ਇਸ ਨੂੰ ਭਾਈ ਯਾਦ ਕਰਕੇ ਰੱਖੀ। ਸੁਰਤ ਸੋਚ ਕਰ ਭਾਣਸਾਲ। ਕਹਿੰਦੇ ਆਪਣੀ ਸੁਰਤ ਨੂੰ ਸੋਧ ਕੇ, ਇਹਦੇ ਨਾਲ ਵਿਚਾਰ ਕੇ, ਤੇ ਜਿਹੜੇ ਭਾਣਸਾਲ ਕੀ ਹੈ, ਹਿਰਦਾ ਵੱਖ-ਵੱਖ ਡੱਬਿਆਂ ਵਿੱਚ, ਵੱਖ-ਵੱਖ ਦਰਾਜਾਂ ਦੇ ਵਿੱਚ, ਵੱਖ-ਵੱਖ ਖਾਨਿਆਂ ਦੇ ਵਿੱਚ ਕੀਮਤ ਦੇ ਹਿਸਾਬ ਦੇ ਨਾਲ ਵਸਤੂਆਂ ਰੱਖੀਆਂ ਜਾਂਦੀਆਂ ਦੁਕਾਨ ਦੇ ਵਿੱਚ। ਤੇ ਮਹਾਰਾਜ ਕਹਿੰਦੇ ਇਹ ਤੇਰਾ ਜਿਹੜਾ ਹੱਟ ਹੈ ਨਾ, ਇਹਦੇ ਵਿੱਚ ਵੀ ਕਈ ਗੋਲਕਾਂ ਬਣਾਈਆਂ ਪਰਮਾਤਮਾ ਨੇ, 9 ਗੋਲਕਾਂ ਬਣਾਈਆਂ ਹੋਈਆਂ ਨੇ। ਉਹਨਾਂ ਵਿੱਚ ਇਹ ਤੇਰਾ ਅਸਲੀ ਮਾਲ ਸਵਾਬ ਖਾਰਜ ਹੋ ਰਿਹਾ ਹੈ, ਪਰ ਸੁਰਤ ਸੋਚ ਕਰ ਭਾਣਸਾਲ। ਕਹਿੰਦੇ ਤੇਰਾ ਅਸਲੀ ਦੇਹ ਭਾਂਡਾ ਹੈ ਨਾ ਜਿਹੜਾ, ਇਹਨੂੰ ਐਨ ਖਿਆਲ ਕਰਕੇ ਇਹਦੇ ਵਿੱਚ ਜਿਹੜੀ ਹੈ ਨਾ ਸੁੱਚਦੀ ਵਸਤੂ ਰੱਖਣੀ ਕਰ ਪਰਮਾਤਮਾ ਦੇ ਨਾਮ ਦੀ। ਕਿਉਂਕਿ ਜਦੋਂ ਤੱਕ ਤੂੰ ਇਸ ਗੱਲ ਨੂੰ ਸਮਝੇਗਾ ਨਹੀਂ ਤੇ ਫਿਰ ਤੈਨੂੰ ਲਾਭ ਨਹੀਂ ਜੇ ਪੂਰਾ ਹੋਣਾ। ਇਸ ਵਾਸਤੇ ਗੁਰੂ ਕੇ ਸਿੱਖਾਂ ਨੇ ਇਸ ਹੱਟ ਨੂੰ ਚਲਾਉਣ ਵਾਸਤੇ ਦੁਕਾਨਦਾਰ ਟਾਈਮ ਦੇ ਨਾਲ ਦੁਕਾਨ ਖੋਲ੍ਹਦਾ ਹੈ, ਉਹਦੇ ਉੱਪਰ ਬੈਠਦਾ ਹੈ, ਪਹਿਰਾ ਦਿੰਦਾ ਹੈ, ਆਏ ਗਏ ਗ੍ਰਾਹਕ ਨੂੰ ਪ੍ਰੇਮ ਦੇ ਨਾਲ ਅਟੈਂਡ ਕਰਦਾ ਹੈ। ਤੇ ਮਹਾਰਾਜ ਕਹਿੰਦੇ ਆਹ ਜਿਹੜਾ ਤੇਰਾ ਹੱਟ ਹੈ ਨਾ, ਇਹਦਾ ਵੀ ਟਾਈਮ ਟੇਬਲ ਹੈ ਭਾਈ। ਟਾਈਮ ਦੇ ਨਾਲ ਇਹ ਵਸਤੂਆਂ ਸਾਂਭੀਆਂ ਜਾ ਸਕਦੀਆਂ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮਹਾਰਾਜ ਕਹਿੰਦੇ ਭਾਈ ਜਿਹੜਾ ਅੰਮ੍ਰਿਤ ਵੇਲਾ ਨਾ, ਇਹ ਅਸਲੀ ਵਸਤ ਨੂੰ ਸਾਂਭਣ ਦਾ ਵੇਲਾ ਹੈ। ਇਸ ਵਾਸਤੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ। ਸਮੁੱਚੇ ਰੂਪ ਵਿੱਚ ਵਪਾਰ ਦੀ ਭਾਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਸ ਹੱਟ ਦੇ ਵਿੱਚ ਰੱਖਣ ਵਾਲੀਆਂ ਵਸਤੂਆਂ ਸਾਨੂੰ ਦਿੱਤੀਆਂ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵਾ। ਇਹ ਵਸਤੂਆਂ ਸਾਂਭਣ ਵਾਲੀਆਂ। ਤੇ ਭਾਈ ਇਹ ਕੰਮ ਕਰਦਿਆਂ ਕਰਦਿਆਂ ਸਤਿਗੁਰੂ ਕਿਰਪਾ ਕਰਨ, ਜਿਹੜੇ ਗੁਰਸਿੱਖ ਨਾਮ ਨਾਲ ਜੁੜ ਗਏ ਤੇ ਉਹ ਫਿਰ ਐਸੇ ਨਾਮ ਦੇ ਨਾਲ ਜੁੜੇ। ਇੱਕ ਦਿਨ ਭਗਤ ਤਰਲੋਚਨ ਜੀ ਭਗਤ ਨਾਮਦੇਵ ਨੂੰ ਪੁੱਛਦੇ ਨੇ ਕਿ ਇਹ ਕੰਮ ਕਰਦਿਆਂ, ਸਾਰਾ ਵਿਵਹਾਰ ਕਰਦਿਆਂ ਤੂੰ ਪਰਮਾਤਮਾ ਨੂੰ ਸਿਮਰਨ ਕਿਵੇਂ ਕਰਦਾ ਹੈ? ਤੂੰ ਅਸਲ ਵਸਤੂ ਨੂੰ ਫਿਰ ਕਿਵੇਂ ਸਮਝਦਾ ਹੈ? ਉਹਦੀ ਵਸਤੂ, ਉਹਦੀ ਅਵਸਥਾ ਉੱਥੇ ਪਹੁੰਚ ਚੁੱਕੀ ਸੀ, ਕਿਉਂਕਿ ਵਪਾਰ ਬੜਾ ਡੂੰਘਾ ਕਰ ਲਿਆ। ਜਦੋਂ ਵਪਾਰੀ ਸਮਰੱਥ ਹੋ ਜਾਏ ਨਾ, ਤੇ ਉਹ ਫਿਰ ਉਹਦਾ ਵਪਾਰ ਘਰੇ ਬੈਠਿਆਂ ਵੀ ਚੱਲੀ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਪਿਆਰੇ ਭਗਤ ਜਦੋਂ ਪੁੱਛਿਆ ਕਿ ਨਾਮਦੇਵ ਜੀ, ਮੈਨੂੰ ਇਸ ਗੱਲ ਦੀ ਸਮਝ ਨਹੀਂ ਕਿ ਸਾਰਾ ਦਿਨ ਕਿਰਤ ਕਰਦਿਆਂ ਹੋਇਆਂ ਤੁਸੀਂ ਪਰਮਾਤਮਾ ਨੂੰ ਵੀ ਯਾਦ ਰੱਖਦੇ ਹੋ। ਨਾਮਾ ਕਹਿ ਤਲੋਚਨਾ ਮੁਖ ਤੇ ਨਾਮ ਸੰਭਾਲ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨਾ। ਸੋ ਐਸੀ ਐਸੀ ਅਵਸਥਾ ਬਣ ਜਾਂਦੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹਾਨ ਹੱਟ ਕਰ ਆਰਜਾ, ਸੱਚ ਨਾਮ ਕਰ ਵੱਥ। ਸੱਚੀ ਵਸਤੂ ਰਹਿਣ ਵਾਲੀ ਜਿਹੜੀ ਹੈ ਨਾ ਵੱਥ, ਉਹਨੂੰ ਵਿਹਜ ਨਾ ਕਰ। ਸੁਰਤ ਸੋਚ ਕਰ ਭਾਣਸਾਲ। ਇਸ ਸੁਰਤ ਦੇ ਨਾਲ ਪਰਮਾਤਮਾ ਦੇ ਨਾਲ ਇੱਕਮਿਕ ਹੋ ਕੇ ਜਿਹੜੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਸਾਂਭਣਾ, ਜੇ ਤੂੰ ਇਸ ਨੂੰ ਸਾਂਭ ਲਵੇਂ, ਇਹ ਅਸਲ ਵਿੱਚ ਤੇਰਾ ਵਪਾਰ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ, ਜਿਵੇਂ ਹਟਵਾਣੀ ਧਨ ਮਾਲ ਹਾਟ ਕੀਤ, ਜਿਵੇਂ ਕਹਿੰਦੇ ਭਾਈ ਜਿਹੜਾ ਹਟਵਾਣੀਆਂ ਹੱਟੀ ਵਾਲਾ ਹੈ, ਉਹ ਮਾਲ ਸਵਾਬ ਨੂੰ ਸਾਂਭ ਕੇ ਰੱਖਦਾ ਹੈ। ਉਸੇ ਤਰ੍ਹਾਂ ਤੂੰ ਵੀ ਸੱਚ ਤੇ ਸੁੱਚ ਦੀ ਵਸਤੂ ਨੂੰ ਹਮੇਸ਼ਾ ਵਾਸਤੇ ਨਿਤਾ ਪ੍ਰਤੀ ਪਹਿਰਾ ਦੇ ਕੇ ਇਸ ਦੁਕਾਨ ਦੇ ਉੱਪਰ। ਹਟਵਾਣੀਆਂ ਸੋਚਦਾ ਨਾ ਕਿ ਮੇਰੀ ਦੁਕਾਨ ਦੇ ਅੰਦਰ ਚੋਰ ਨਾ ਆ ਜਾਵੇ, ਡਾਕਾ ਨਾ ਪੈ ਜਾਵੇ, ਕੋਈ ਵਸਤੂ ਚੋਰੀ ਨਾ ਹੋ ਜਾਵੇ, ਕੋਈ ਗਲਤ ਵਸਤੂ ਨਾ ਮੇਰੀ ਦੁਕਾਨ ਵਿੱਚ ਰੱਖ ਜਾਵੇ।
कोई नकली वस्तु ना रख जावे। बड़ी सोच के दुकानदारी चलाउंदा है कि मैं बदनाम हो जावांगा कि इस दुकान का तो माल ही चंगा नहीं। ते महाराज सच्चे पातशाह जी कहते भाई तू पहरेदार बन के रही, क्योंकि तेरी दुकान नूं लुट्टण वाले 5 वड्डे चोर ने, उन्हां तो सुचेत हो के रवी। जे उन्हां चों एक भी आके तेरी दुकान विच प्रवेश कर गया, तेरा माल सवाब लुट लेगा ते तेनों बदनाम भी करेगा, तेरी दुकानदारी भी फिक्की पै जाएगी, दुनिया दे विच बदनामी होएगी। ते महाराज सच्चे पातशाह जी फरमाउंदे ने कि जो जे तू गुरसिੱਖੀ नाल जुड़ गया, धन गुरु ग्रंथ साहिब जी दी बाणी नूं मन लिया, ते फिर भाई ये तेरा कुछ नहीं बिगाड़ सकदे। ये चोर तेरे तो डरनगे। फिर किवें डरनगे भाई? मतलब कहते मोह मल बवस कियो, काम गए केस पिछाड़ियो, क्रोध खंड प्रचंड, लोभ अपमान स्यों झाड़ियो। इस तरह की इन्हां दी हालत कर देवेगा फिर तां। पर जे गुरसिੱਖੀ नूं धारण कर लिया, धन गुरु ग्रंथ साहिब ते भरोसा कर लिया, खंडे बाटे का अमृत छक के रहत विच त्यार बर त्यार हो गया, फिर कहंदे हान हट कर आरजा। फिर तेरी जिहड़ी आरजा है ये तेरा शरीर रूप हट है, ये कामयाबी दे नाल अगे अपनी मंजिल वल वधेगा। जुआरी जुए माहे चीत। जिस तरह भाई किस तरह परमात्मा दे नाल चित जोड़ना चाहिए, कहंदे जिवें जिवें जिहड़े जुआ खेडण वाले जुआरीए ने वो बहुत वड्डा नुकसान भी कर लेंदे ने, पर वो चित ला के उन्हां दा ख्याल जुए वाल हुंदा, उन्हां दी सुरत जुए वाल हुंदी है, वो जुए दे विच ही सारा अपना समा बर्बाद कर लेंदे हन। अमली जीवै अमल खाए। इस तरह भाई भावें शरीर की बर्बादी करता है अमल, जिहड़े अमली ने कहंदे वो अमल खाधे तो बिना नहीं रह सकते। 36 प्रकार के भोजन दिओ नहीं चंगे लगते, पर कहंदे जिन्नी देर तक अमल नहीं मिल जाता उन्नी देर तक बाकी दे पदार्थ भी चंगे नहीं लगते। इस तरह भाई गुरदास जी फरमाउंदे ने अमली अमल ना छड्डनी होए बहन इकट्ठे। कहंदे जदों इकट्ठे हुंदे आ ना उदों एक दूजे नूं प्रेर लैंदे ने, लै मासा तू भी खा लै। इस तरह कहंदे जिहड़े जुआरीए है ना, जुआ खेडन जुआरीए लाए दान दा उपट्ठे, कहंदे पुट्ठे दा लाउंदे ने। जुए दे विच साध संगत आपां वेखिआ आ पिछे जे रामायण चलदी सी ना, जुए दे विच साध संगत जी अपनी औरत नूं ही हार लिया सी। सो 5 पांडवां दी ये गल हो गई सी। सो रहो विचार महाराज कहंदे भाई जिवें अमली अमल दे विच अपना चित ला के रखदा है, उहदे तो बिना नहीं रह सकदा। ते महाराज सच्चे पातशाह जी कहंदे गुरसिੱਖ नूं नाम दा अमल होना चाहिए। नानक सच अमली, कहंदे वो भाई सच्चे अमली है जिन्हां नूं परमेश्वर दे नाम दा अमल लग गया। ते जिवें जुआरीए जुए दे विच चित लाउंदे ने, कहंदे इसे तरह तेरी जिहड़ी रोज दी जिंदगी बीत जा रही है, तेरी ये जिंदगी दाव ते लगी हुई है। ये जिंदगी एक जुआ है, वेखी किते ये जिंदगी ना जुए दे विच हार के चले जाई। ये तेरा दा लगा होया है, दा दे विच कदे तैनूं दुख आएगा, कदे तकलीफ आएगी, कदे मुश्किलां आउणगीਆਂ। पर जे इन्हां मुश्किलों दे विच तूं परमात्मा नूं भुल गया, परमात्मा नूं ही लांभा दे दिता, ते फिर भाई तू जुए दे विच ये अपनी अवस्था हार बैठेगा। ते जे परमात्मा नाल चित जोड़ के रखिया जा को मुश्किल अत बना ढोई कोई ना दे, लागू होए दुश्मना साक पे भज खले, सभै भजो आसरा चुका सब सराओ, चित आवे उस पार ब्रह्म लगे ना तत्ती वाह। जे तू ध्यान जोड़ लिया बाणी विच, सुरत तेरी जुड़ गई बाणी दे विच, ते फिर भाई तू जुए च हार नहीं सकदा। ये दुख तकलीफां तेरा कुछ भी नहीं विगाड़ सकदियां। जो नर दुख मैं दुख नहीं माना है, सुख स्नेह और भय नहीं जाके कंचन माटी माना है।
ਇਹ ਦੁੱਖ ਸੁੱਖ ਤਾਂ ਭਾਈ ਸਰੀਰ ਦੇ ਕੱਪੜੇ ਨੇ, ਇਹ ਪਹਿਨਣੇ ਪੈਂਦੇ ਨੇ। ਕਦੇ ਦੁੱਖ ਆਉਂਦਾ ਹੈ, ਕਦੇ ਸੁੱਖ ਆਉਂਦਾ ਹੈ। ਸੋ ਇਸ ਵਾਸਤੇ ਕਦੇ ਮੁਸ਼ਕਲਾਂ ਆਉਂਦੀਆਂ, ਕਦੇ ਖੁਸ਼ੀਆਂ ਆਉਂਦੀਆਂ। ਇਹ ਤਰੰਗਾਂ ਨੇ ਸਮੇਂ ਦੀਆਂ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਤੂੰ ਸੁਚੇਤ ਹੋ ਕੇ ਇਹ ਜ਼ਿੰਦਗੀ ਦਾ ਜਿਹੜਾ ਤੇਰਾ ਖੇਲ ਹੈ, ਇਹ ਇੱਕ ਜੂਏ ਦੀ ਨਿਆਈ ਹੈ। ਵੇਖੀ ਕਿਤੇ ਇਹਦੇ ਤੇ ਤੂੰ ਆਲਸ ਕਰ ਜਾਵੇਂ, ਇਹਦੇ ਤੇ ਤੂੰ ਦਲਿੱਦਰੀ ਬਣ ਕੇ ਬਹਿ ਜਾਵੇਂ ਵੀ ਹੁਣ ਮੇਰਾ ਕੁਝ ਨਹੀਂ ਬਣਨਾ। ਨਹੀਂ ਭਾਈ, ਸਤਿਗੁਰੂ ਪਾਤਸ਼ਾਹ ਦੇ ਸਨਮੁਖ ਹਮੇਸ਼ਾ ਹੀ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਨਾਮ ਦੇ ਨਾਲ ਜੋੜ ਕੇ ਰੱਖੋ, ਤਾਂ ਕਿ ਸਾਡੀ ਇਹ ਜ਼ਿੰਦਗੀ ਦਾ ਜਿਹੜਾ ਸਮਾਂ ਹੈ, ਜ਼ਿੰਦਗੀ ਦੀ ਪੂੰਜੀ ਹੈ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਕਾਰਾਂ ਦੇ ਜੂਏ 'ਚ ਨਾ ਅਸੀਂ ਹਾਰ ਜਾਈਏ, ਭਉ ਭਗਤੀ ਦੇ ਦਾਅ ਤੇ ਲਾ ਕੇ ਅਸੀਂ ਇਸ ਨੂੰ ਜਿੱਤ ਜਾਈਏ। ਤਿਉ ਹਰ ਜਨ ਜੀਵੈ ਹਰ ਧਿਆਏ। ਜਿਵੇਂ ਭਾਈ ਕਹਿੰਦੇ ਅਮਲੀ ਜੀਵੈ ਅਮਲ ਖਾਏ, ਤਿਉਂ ਜਿਹੜੇ ਪ੍ਰਮਾਤਮਾ ਦੇ ਨਾਮ ਹੈ, ਪ੍ਰਮਾਤਮਾ ਦੇ ਜਨ ਹੈ, ਸੇਵਕ ਹੈ, ਉਹ ਪ੍ਰਮਾਤਮਾ ਦੀ ਨਾਮ ਦੀ ਆਰਾਧਨਾ ਤੋਂ ਬਿਨਾਂ ਨਹੀਂ ਰਹਿ ਸਕਦੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਤੇ ਉਹ ਹਮੇਸ਼ਾ ਗਾਉਂਦੇ ਕੀ ਹੈ? ਨਾਨਕ ਨਾਮ ਮਿਲੇ ਤਾਂ ਜੀਵਾ। ਮਹਾਰਾਜ ਤੇਰਾ ਨਾਮ ਮਿਲੇ ਤਾਂ ਸਾਡਾ ਜੀਵਨ ਹੈ, ਤਾਂ ਸਾਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਉਣਾ ਹੁੰਦਾ ਹੈ। ਇਹ ਅਰਦਾਸਾਂ ਬੇਨਤੀਆਂ ਕਰਦੇ ਹਨ ਜਿਹੜੇ ਹਰੀ ਦੇ ਜਨ ਪ੍ਰਮਾਤਮਾ ਦੇ ਸੇਵਕ ਹਨ। ਉਹ ਭਾਈ ਪ੍ਰਮਾਤਮਾ ਦਾ ਨਾਮ ਜਪ ਕੇ ਉਹਨਾਂ ਦੀ ਜ਼ਿੰਦਗੀ ਹੈ। ਆਪਣਾ ਰੰਗ ਸਭ ਕੋ ਰਚੈ। ਕਹਿੰਦੇ ਭਾਈ ਆਪਣੇ ਰੰਗ ਰੰਗ ਨਾਮ ਹੈ ਪ੍ਰੇਮ ਦਾ। ਜਿੱਥੇ ਜਿੱਥੇ ਕਿਸੇ ਦਾ ਪ੍ਰੇਮ ਲੱਗਾ ਹੈ ਨਾ, ਉਹਦੇ ਵਿੱਚ ਹੀ ਹਰ ਕੋਈ ਰਚਿਆ ਹੋਇਆ ਹੈ ਪ੍ਰਲਭ ਦੇ ਅਨੁਸਾਰ। ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ। ਜਿੱਥੇ ਜਿੱਥੇ ਪਰਮਾਤਮਾ ਨੇ ਉਹਦੀ ਪ੍ਰਲਭ ਦੇ ਅਨੁਸਾਰ ਜਿਸ ਕਾਰ ਵਿਹਾਰ ਵਿੱਚ, ਜਿਸ ਸੋਚ ਵਿਚਾਰ ਦੇ ਵਿੱਚ ਪ੍ਰਾਣੀ ਨੂੰ ਲਾਇਆ, ਉੱਥੇ ਉੱਥੇ ਲੱਗਿਆ ਹੋਇਆ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਮੇਘ ਸਮੈ ਮੋਰ ਨਿਰਤਕਾਰ। ਪਰ ਨਾਲ ਫਰਮਾਉਂਦੇ ਹਨ ਕਿ ਭਾਈ ਜਿਹੜਾ ਆਪਣੇ ਰੰਗ ਸਭ ਕੋ ਰਚਿਆ, ਕਹਿੰਦੇ ਆਪਣੇ ਪ੍ਰੇਮ ਦੇ ਵਿੱਚ ਤਾਂ ਸਾਰੇ ਹੀ ਲੱਗੇ ਨੇ, ਪਰ ਜੇ ਕੋਈ ਪਰਮਾਤਮਾ ਦੇ ਨਾਮ ਰੰਗ ਵਿੱਚ ਜੁੜ ਜਾਵੇ, ਉਹਦੇ ਵਿੱਚ ਸਾਰੇ ਰੰਗ ਆ ਜਾਂਦੇ ਨੇ, ਉਹਦੇ ਵਿੱਚ ਸਾਰੀਆਂ ਅਵਸਥਾ ਆ ਜਾਂਦੀਆਂ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਜੇ ਇਹ ਪ੍ਰੇਮ ਪਰਮਾਤਮਾ ਦੇ ਨਾਮ ਨਾਲ ਜੁੜ ਜਾਵੇ, ਤੇ ਜਿਹੜਾ ਇਹ ਰੰਗ ਹੈ ਭਾਈ, ਇਹ ਰੰਗ ਪਰਮਾਤਮਾ ਦੀ ਕਿਰਪਾ ਦੇ ਨਾਲ ਫਿਰ ਚੜ ਜਾਵੇ, ਤੇ ਫਿਰ ਦੂਜੇ ਰੰਗ ਫਿੱਕੇ ਪੈ ਜਾਂਦੇ ਹਨ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਵਿਸਰਾਮ ਦੇ ਕੇ ਅੱਗੇ ਕਿਰਪਾ ਕਰ ਰਹੇ ਹਨ। ਮੇਘ ਸਮੈ ਮੋਰ ਨਿਰਤਕਾਰ। ਹੁਣ ਦੱਸਦੇ ਨੇ ਕਿ ਕਿਵੇਂ ਕਿਵੇਂ ਪਸ਼ੂ ਵੀ, ਪੰਛੀ ਵੀ, ਮਨੁੱਖ ਵੀ, ਇਹ 84 ਲੱਖ ਦੀਆਂ ਜੂਨੀਆਂ ਕਿਵੇਂ ਰੰਗ ਵਿੱਚ ਕਿਸ ਪ੍ਰੇਮ ਵਿੱਚ ਰੰਗੀਆਂ ਹੋਈਆਂ। ਕਹਿੰਦੇ ਜਦੋਂ ਮੇਘ ਨਾਮ ਬਦਲਦਾ ਹੈ, ਬੱਦਲ ਦੀ ਗਰਜ ਹੁੰਦੀ ਹੈ ਨਾ, ਤੇ ਉਦੋਂ ਮੋਰ ਜਿਹੜੇ ਆ ਉਹ ਨੱਚਦੇ ਨੇ, ਨਿਰਤਕਾਰੀਆਂ ਕਰਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਹਨ। ਚੰਦ ਦੇਖ ਬਿਗਸਹਿ ਕੌਲਾਰ। ਇਸੇ ਤਰ੍ਹਾਂ ਭਾਈ ਜਿਹੜੀਆਂ ਕਵੀਆਂ ਦੇ ਫੁੱਲ ਨੇ ਨਾ, ਉਹ ਦਿਨ ਨੂੰ ਧੁੱਪ ਦੀ ਗਰਮੈਸ਼ ਦੇ ਵਿੱਚ ਬੰਦ ਰਹਿੰਦੀਆਂ ਨੇ। ਕਵੀਆਂ ਛੋਟੀਆਂ ਫੁੱਲ ਤੋਂ ਪਹਿਲਾਂ ਦੀਆਂ, ਤੇ ਜਦੋਂ ਰਾਤ ਨੂੰ ਚੰਦਰਮਾ ਦੀ ਰੁਸ਼ਨਾਈ ਆਉਂਦੀ ਹੈ, ਉਹ ਚੰਦਰਮਾ ਨੂੰ ਦੇਖ ਕੇ ਜਿਹੜੇ ਕਵੀਆਂ ਹਨ ਉਹ ਖਿਲ ਜਾਂਦੀਆਂ ਹਨ। ਉਹਨਾਂ ਦੇ ਉਹ ਫਿਰ ਮਹਿਕ ਖਿਲਾਰਦੀਆਂ ਹਨ ਇਸ ਪ੍ਰਕਾਰ। ਚੰਦ ਦੇਖ ਬਿਗਸਹਿ ਕੌਲਾਰ। ਮੇਘ ਸਮੇਂ ਮੋਰ ਨਿਰਤਕਾਰ। ਕਹਿੰਦੇ ਭਾਈ ਜਦੋਂ ਬੱਦਲ ਦਾ ਸਮਾਂ ਆਉਂਦਾ ਨਾ, ਸਤਿਗੁਰੂ ਬਾਣੀ ਵਿੱਚ ਫਰਮਾਉਂਦੇ ਹਨ ਕਿ ਭਾਈ ਚਾਤਰਕ ਮੋਰ ਬੋਲਤ ਦਿਨ ਰਾਤੀ ਸੁਣ ਘਨ ਹਰ ਕੀ ਘੋਰ। ਜਿਵੇਂ ਚਾਤਰਕ ਬਬੀਏ ਹਨ, ਮੋਰ ਹਨ, ਇਹ ਬੱਦਲਾਂ ਦੀ ਗਰਜ ਸੁਣ ਕੇ, ਆਵਾਜ਼ ਸੁਣ ਕੇ, ਗੂੰਜ ਸੁਣ ਕੇ ਬੋਲਦੇ ਹਨ। ਤੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਹਨ, ਉਹ ਫਿਰ ਕੀ ਸੋਚਦੇ ਭਾਈ? ਉਸ ਗਰਜ ਦੇ ਵਿੱਚ ਉਹਨਾਂ ਨੂੰ ਵੀ ਆਵਾਜ਼ ਆਉਂਦੀ ਹੈ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਸੋਚਦੇ ਨੇ
ਕਿਆ ਮੋਰ ਗੱਜਦੇ ਨੇ, ਇਹ ਵੀ ਪ੍ਰਮਾਤਮਾ ਦਾ ਨਾਮ ਅਲਾਪ ਰਹੇ ਨੇ। ਬਬੀਏ ਬੋਲਦੇ ਨੇ, ਇਹ ਵੀ ਤੂੰ ਤੂੰ ਪ੍ਰਿਓ ਪ੍ਰਿਓ ਪ੍ਰਮਾਤਮਾ ਦੇ ਨਾਮ ਦਾ ਉਚਾਰਨ ਕਰ ਰਹੇ ਹਨ। ਕਹਿੰਦੇ ਭਾਈ ਇਸ ਤਰ੍ਹਾਂ ਉਹ ਗਰਜ ਦੇ ਵਿੱਚੋਂ ਵੀ, ਬੱਦਲ ਦੀ ਗਰਜ ਦੇ ਵਿੱਚੋਂ ਵੀ ਪ੍ਰਮਾਤਮਾ ਦੇ ਨਾਮ ਦੀ ਅਭੇਦਤਾ ਪਾਉਂਦੇ ਹਨ, ਉਹਦੇ ਵਿੱਚ ਰਚੇ ਰਹਿੰਦੇ ਹਨ। ਚੰਦ ਦੇਖ ਬਿਗਸੈ ਕੌਲਾਰ। ਜਿਸ ਤਰ੍ਹਾਂ ਭਾਈ ਚੰਦਰਮਾ ਨੂੰ ਦੇਖ ਕੇ ਕਵੀਆਂ ਵਿਕਸਦੀਆਂ ਹਨ, ਉਤਮਾ ਪ੍ਰਮਾਤਮਾ ਦੇ ਨਾਮ ਰੂਪ ਚੰਦਰਮਾ ਦਾ ਜਦੋਂ ਵੀ ਦਰਸ਼ਨ ਹੁੰਦਾ ਹੈ, ਗੁਰਬਾਣੀ ਪੜ੍ਹਦੇ ਹਨ, ਕੀਰਤਨ ਸੁਣਦੇ ਹਨ, ਗੁਰਮੁਖਾਂ ਦੇ ਚਿੱਤ ਖੜਾਵਟ ਵਿੱਚ ਹੋ ਜਾਂਦੇ ਹਨ, ਉਹ ਖਿੜ ਜਾਂਦੇ ਹਨ। ਨਾਮ ਰਸੀਆ ਕੋਈ ਗੁਰੂ ਕਾ ਪਿਆਰਾ ਮਿਲ ਜਾਵੇ, ਗੱਜ ਕੇ ਫਤਿਹ ਬੁਲਾ ਦੇਵੇ, ਤੇ ਭਾਈ ਉਹਨਾਂ ਦਾ ਚਿੱਤ ਖਿੜ ਜਾਂਦਾ ਹੈ। ਸੋ ਇਸ ਵਾਸਤੇ ਉਹ ਚੰਦਰਮਾ ਰੂਪ ਪ੍ਰਮਾਤਮਾ ਇੱਕ ਅੰਗੀ ਦ੍ਰਿਸ਼ਟਾਂਤ ਹਨ। ਸੋ ਭਾਈ ਚੰਦਰਮਾ ਰੂਪ ਪ੍ਰਮਾਤਮਾ ਦੇ ਨਾਲ ਅਭੇਦਤਾ ਪਾ ਕੇ, ਉਹਦੇ ਦਰਸ਼ਨ ਕਰਕੇ ਉਹਨਾਂ ਦੇ ਚਿੱਤ ਜਿਹੜੇ ਹਨ ਉਹ ਖੜਾਵਟ ਸਹਿਤ ਹੁੰਦੇ ਹਨ। ਮਾਤਾ ਬਾਰਕ ਦੇਖ ਆਨੰਦ। ਜਿਵੇਂ ਭਾਈ ਜਿਹੜਾ ਬਾਰਕ ਹੈ, ਬੱਚਾ ਹੈ, ਮਾਤਾ ਤੋਂ ਵਿਛੜ ਜਾਵੇ ਜਾਂ ਸੁੱਤਿਆ ਪਿਆ ਉੱਠੇ, ਉਸ ਨੂੰ ਮਾਤਾ ਨਾ ਦਿਸੇ, ਉਹ ਰੋਂਦਾ ਹੈ ਕਿ ਮੇਰੀ ਮਾਤਾ ਕਿੱਧਰ ਗਈ। ਪਰ ਜਦੋਂ ਮਾਤਾ ਦਿਸ ਜਾਏ, ਮਾਤਾ ਉਸ ਨੂੰ ਚੁੱਕ ਲਵੇ, ਲਾਡ ਕਰੇ, ਤੇ ਬੱਚਾ ਆਨੰਦ ਸਹਿਤ ਖੁਸ਼ ਹੁੰਦਾ ਹੈ। ਤੇ ਇਹਦਾ ਦੂਸਰਾ ਅੰਗ ਵੀ ਹੈ। ਇਸੇ ਤਰ੍ਹਾਂ ਮਾਤਾ ਹੈ, ਮਾਤਾ ਬੱਚੇ ਤੋਂ ਦੂਰ ਰਹਿ ਕੇ ਔਸੀਆਂ ਪਾਉਂਦੀ ਹੈ, ਮਾਤਾ ਯਾਦ ਕਰਦੀ ਹੈ ਆਪਣੇ ਪੁੱਤਰਾਂ ਨੂੰ। ਪੁੱਤਰ ਵੱਡਾ ਵੀ ਹੋ ਜਾਏ, ਆਪਣੇ ਆਪ ਵਿੱਚ ਵੀ ਹੋ ਜਾਏ, ਕਾਰੋਬਾਰ ਸੰਭਾਲਣ ਜੋਗਾ ਵੀ ਹੋ ਜਾਏ, ਤੇ ਫਿਰ ਵੀ ਮਾਤਾ ਕਹਿੰਦੀ ਹਲੇ ਮੇਰਾ ਪੁੱਤਰ ਘਰ ਨਹੀਂ ਆਇਆ, ਹਲੇ ਉਹਨੇ ਪ੍ਰਸ਼ਾਦਾ ਨਹੀਂ ਛਕਿਆ, ਪਾਲੇ ਪਤਾ ਨਹੀਂ ਕਿੱਥੇ ਹੋਵੇਗਾ। ਇਹ ਸੰਬੰਧ ਹੈ। ਜਿਵੇਂ ਭਾਈ ਤੇ ਜਦੋਂ ਉਹ ਬੱਚਾ ਘਰ ਆ ਜਾਵੇ, ਮਾਤਾ ਨੂੰ ਦੇਖੇ ਮਿਲੇ, ਮਾਤਾ ਖੁਸ਼ ਹੁੰਦੀ ਹੈ। ਬੱਚਾ ਮਾਤਾ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਤੇ ਮਾਤਾ ਬੱਚੇ ਨੂੰ ਦੇਖ ਕੇ ਖੁਸ਼ ਹੁੰਦੀ ਹੈ। ਇਸੇ ਤਾਂ ਦਾ ਦ੍ਰਿਸ਼ਟਾਂਤ ਹੈ ਕਿ ਜਿਹੜਾ ਸਤਿਗੁਰੂ ਹੈ ਉਹ ਗੁਰਸਿੱਖ ਨੂੰ ਦੇਖ ਕੇ ਪ੍ਰਸੰਨ ਹੁੰਦਾ ਹੈ, ਤੇ ਉਹ ਫਿਰ ਖੁਸ਼ੀਆਂ ਦੇ ਵਿੱਚ ਉਚਾਰ ਦਿੰਦਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਖੁਸ਼ੀਆਂ ਵਿੱਚ ਉਚਾਰ ਦਿੰਦਾ। ਤੇ ਜਿਹੜਾ ਗੁਰਸਿੱਖ ਹੈ ਤੇ ਉਹ ਮਨ ਦੇ ਵਿੱਚ ਆਸਾ ਰੱਖਦਾ ਹੈ ਕਿ ਮੈਂ ਪਰਮਾਤਮਾ ਦੇ ਦਰ ਤੇ ਜਾਣਾ ਹੈ, ਭਾਵੇਂ ਮੀਂਹ ਵਰਦਾ ਹੈ, ਬਰਫ਼ ਪੈਂਦੀ ਹੈ, ਝੱਖੜ ਝਾਗੀ, ਮੀਂਹ ਵਰਸਿਆ, ਭੀ ਗੁਰ ਦੇਖਣ ਜਾਏ, ਉਹਦੇ ਮਨ ਵਿੱਚ ਉਹ ਆਨੰਦ ਹੁੰਦਾ ਕਿ ਮੈਂ ਸਤਿਗੁਰੂ ਦੇ ਦਰਸ਼ਨ ਕਰਨੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਕੇ ਮੇਰਾ ਜੀਵਨ ਹੈ। ਇਸ ਵਾਸਤੇ ਭਾਈ ਜਿਵੇਂ ਮਾਤਾ ਤੇ ਪੁੱਤਰ ਦਾ ਸੰਬੰਧ ਹੈ, ਇਸੇ ਤਰ੍ਹਾਂ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਉਹ ਗੁਰਦੇਵ ਸਾਡਾ ਮਾਤਾ ਵੀ ਹੈ। ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀ। ਮਹਾਰਾਜ ਤੂੰ ਹੀ ਸਾਡਾ ਪਿਤਾ ਹੈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਮਾਤਾ ਪਿਤਾ ਹੋ। ਤੇ ਜਦੋਂ ਅਸੀਂ ਧਾਰਨ ਕਰ ਲਿਆ ਪ੍ਰਤੱਖ ਰੂਪ ਵਿੱਚ, ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਾਧ ਸੰਗਤ ਜੀ ਖਾਲਸੇ ਨੂੰ ਆਪਣੇ ਪੁੱਤਰ ਸਾਜ ਕੇ ਇਹ ਬਚਨ ਕਰ ਦਿੱਤੇ, ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਲੱਖ ਹਜ਼ਾਰ। ਪ੍ਰਤੱਖ ਰੂਪ ਵਿੱਚ ਪੁੱਤਰ ਬਣਾ ਲਿਆ ਆਪਾਂ ਨੂੰ। ਤੇ ਇਸ ਵਾਸਤੇ ਜਦੋਂ ਤਿਆਰ ਬਰਤਿਆਰ ਰਹਿਤ ਦੇ ਵਿੱਚ ਨਿਤਨੇਮੀ ਆਪਣੇ ਪੁੱਤਰਾਂ ਨੂੰ ਕਲਗੀਧਰ ਪਾਤਸ਼ਾਹ ਤੱਕਦਾ ਤੇ ਫਿਰ ਪ੍ਰਸੰਨ ਹੋ ਜਾਂਦਾ। ਕਿਆ ਮੇਰਾ ਪੁੱਤਰ ਅੰਮ੍ਰਿਤ ਵੇਲੇ ਉੱਠਦਾ ਹੈ। ਇਹ ਰਹਿਤ ਵਿੱਚ ਪ੍ਰਪੱਕ ਹੈ, ਇਹ ਧਰਮ ਦੀ ਰਾਖੀ ਕਰਨ ਵਾਸਤੇ ਤਤਪਰ ਰਹਿੰਦਾ ਹੈ, ਉਹਦੇ ਤੇ ਬੜਾ ਪ੍ਰਸੰਨ ਹੁੰਦਾ ਤੇ ਉਹਨੂੰ ਫਿਰ ਸ਼ਕਤੀ ਵੀ ਆਪਣੀ ਦਿੰਦਾ ਹੈ। ਸੋ ਰਹੋ ਵਿਚਾਰ, ਜਿਵੇਂ ਭਾਈ ਮਾਤਾ ਪਿਤਾ ਦਾ ਸੰਬੰਧ ਹੈ, ਇਸ ਤਰ੍ਹਾਂ ਗੁਰਸਿੱਖ ਦਾ ਗੁਰੂ ਦੇ ਨਾਲ ਇਸ ਤਰ੍ਹਾਂ ਦਾ ਸੰਬੰਧ ਪ੍ਰਬੰਧ ਹੈ। ਤਿਉ ਹਰ ਜਨ ਜੀਵ ਹੈ ਜਪ ਗੋਬਿੰਦ। ਇਸੇ ਤਰ੍ਹਾਂ ਭਾਈ ਜਿਹੜਾ ਪ੍ਰਮਾਤਮਾ ਦਾ ਪਿਆਰਾ ਹੈ, ਉਹ ਗੋਬਿੰਦ ਮਾਲਕ ਨੂੰ, ਵਾਹਿਗੁਰੂ ਨੂੰ
ਜਪ ਕੇ ਆਨੰਦ ਹੁੰਦਾ ਹੈ ਉਹਦਾ, ਪਰਮੇਸ਼ਰ ਦਾ ਸਿਮਰਨ ਕਰਕੇ। ਸਿੰਘ ਰੁਚੈ ਸਾਧ ਭੋਜਨ ਮਾਸ। ਹੁਣ ਅੱਗੇ ਪ੍ਰਮਾਣ ਦਿੰਦੇ ਹਨ ਕਿ ਭਾਈ ਜਿਸ ਤਰ੍ਹਾਂ ਸ਼ੇਰ ਹੈ ਉਹਦੀ ਰੁਚੀ ਹੁੰਦੀ ਹੈ ਮਾਸ ਖਾਣ ਦੀ, ਉਹਦਾ ਭੋਜਨ ਆਓ, ਜੇ ਉਹਨੂੰ ਹੋਰ ਕੋਈ ਭੋਜਨ ਦਿਓ ਤੇ ਉਹ ਭੋਜਨ ਨਹੀਂ ਖਾਏਗਾ, ਉਹ ਭੋਜਨ ਖਾਏਗਾ ਤੇ ਮਾਸ ਦਾ ਭੋਜਨ ਖਾਏਗਾ। ਰਾਣ ਦੇਖ ਸੂਰੇ ਚਿੱਤ ਉਲਾਸ। ਇਸੇ ਤਰ੍ਹਾਂ ਭਾਈ ਜਿਹੜੇ ਸੂਰਬੀਰ ਯੋਧੇ ਬਹਾਦਰ ਹੁੰਦੇ ਆ ਉਹ ਯੁੱਧ ਤੋਂ ਡਰਦੇ ਨਹੀਂ, ਤੇ ਜੇ ਕਿਤੇ ਧਰਮ ਦਾ ਯੁੱਧ ਹੋਵੇ ਤੇ ਸੂਰਬੀਰ ਯੋਧੇ ਵੀ ਧਰਮੀ ਹੋਣ ਤੇ ਫਿਰ ਤਾਂ ਭਾਈ ਉਹ ਆਨੰਦ ਹੀ ਵੱਖਰਾ ਹੈ। ਕਈ ਸਾਡੇ ਵੀਰ ਅੱਜ ਇੱਥੇ ਦ੍ਰਿਸ਼ਟਾਂਤ ਦਿੰਦੇ, ਮਹਾਰਾਜ ਨੇ ਬਾਣੀ ਵਿੱਚ ਲਿਖ ਦਿੱਤਾ ਸਿੰਘ ਰੁਚੈ ਸਦ ਭੋਜਨ ਮਾਸ, ਤੇ ਸਿੰਘ ਕਿਹਾ ਹੈ ਸ਼ੇਰ ਨੂੰ, ਤੇ ਸ਼ੇਰ ਸਿੰਘ ਹੈ ਤੇ ਸਿੰਘਾਂ ਨੂੰ ਵੀ ਮਾਸ ਖਾ ਲੈਣਾ ਚਾਹੀਦਾ, ਇਹ ਤਾਂ ਦੀਆਂ ਵਿਚਾਰਾਂ ਕਰਦੇ ਨੇ। ਤੇ ਭਾਈ ਅਗਲੀ ਪੰਗਤ ਦੇ ਉੱਤੇ ਵੀ ਪਹਿਰਾ ਦੇ ਕੇ ਦੇਖਿਓ ਫਿਰ ਭਾਈ, ਰਣ ਦੇਖ ਸੂਰੇ ਚਿੱਤ ਉਲਾਸ। ਇੱਥੇ ਇੱਕ ਦ੍ਰਿਸ਼ਟਾਂਤ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ। ਸੁਭਾਵਿਕ ਇੱਕ ਵਾਰੀ ਹੈ ਤਾਂ ਮਜ਼ਾਕ ਦੇ ਵਿੱਚ ਗੱਲ ਕਹੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਕੋਲੇ ਵਚਨ ਕਿਹਾ, ਕਹਿੰਦੇ ਜੀ ਸਾਨੂੰ ਮਾਸ ਖਾਣਾ ਚਾਹੀਦਾ। ਕਹਿੰਦੇ ਕਿਉਂ ਭਾਈ, ਕੀ ਲੋੜ ਪੈ ਗਈ? 36 ਪ੍ਰਕਾਰ ਦੇ ਭੋਜਨ ਮਹਾਰਾਜ ਨੇ ਦਿੱਤੇ ਆ। ਕਹਿੰਦੇ ਜੀ ਮਹਾਰਾਜ ਨੇ ਕਿਹਾ ਸਿੰਘ ਰੁਚੈ ਸਦ ਭੋਜਨ ਮਾਸ। ਕਹਿੰਦੇ ਤੂੰ ਸ਼ੇਰ ਆ, ਕਿਉਂਕਿ ਹਾਸਾ ਮਜ਼ਾਕ ਚੱਲ ਰਿਹਾ ਸੀ। ਕਹਿੰਦੇ ਹਾਂ ਜੀ ਮੈਂ ਸਿੰਘ ਆ, ਸ਼ੇਰ ਆ। ਮਹਾਰਾਜ ਕਹਿੰਦੇ ਸ਼ੇਰ ਤਾਂ 4 ਲੱਤਾਂ ਤੇ ਚੱਲਦਾ, ਤੂੰ 2 ਤੇ ਚੱਲਦਾ, ਤੇਰਾ ਤੇ ਉਹਦਾ ਫਰਕ ਲੱਗਦਾ ਮੈਨੂੰ ਕੁਛ। ਨਾਲੇ ਹੱਸ ਪਏ, ਨਾਲੇ ਕਹਿੰਦੇ ਜੀ ਉਵੇਂ ਨਹੀਂ। ਮਹਾਂਪੁਰਖ ਕਹਿੰਦੇ ਮੈਂ ਵੀ ਕਿਹਾ ਉਵੇਂ ਨਹੀਂ। ਤੇ ਫਿਰ ਕਹਿੰਦੇ ਜੀ ਸਾਨੂੰ ਸਿੱਖਿਆ ਦਿਓ। ਫਿਰ ਸਿੱਖਿਆ ਦੇਣੀ ਕੀਤੀ, ਜਿਹੜੀ ਭਾਈ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਦੀ ਰਹਿ ਦੱਸੀ ਹੈ। ਤੇ ਪਰ ਅਸੀਂ ਇੱਕ ਅੰਗੀ ਦ੍ਰਿਸ਼ਟਾਂਤ ਨੂੰ ਲੈ ਕੇ ਕੋਈ ਆਪਣੇ ਤੇ ਢਾਲਣ ਵਾਸਤੇ, ਆਪਣੇ ਸਵਾਦਾਂ ਵਾਸਤੇ ਇਹਨਾਂ ਚੱਕਰਾਂ 'ਚ ਨਹੀਂ ਪੈਣਾ। ਖਾਲਸਾ ਵੈਸ਼ਨੂੰ ਵੀ ਨਹੀਂ, ਪਰ ਸਾਧ ਸੰਗਤ ਜੇਵਾ ਦੇ ਸਵਾਦ ਵਾਸਤੇ ਕਦੇ ਮਾਸ ਨਹੀਂ ਖਾਣਾ। ਬਾਣੀ ਪੜ੍ਹ ਕੇ ਵੇਖਿਓ, ਬਾਣੀ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਬੀਰ ਭਾਂਗ ਮਾਛਲੀ ਸ਼ੁਰਾ ਪਾਣ, ਜੋ ਜੋ ਪ੍ਰਾਨੀ ਖਾਏ ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤ ਲਜਾਏ। ਸਤਿਗੁਰੂ ਨੇ ਬੜੇ ਸਪਸ਼ਟ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਰਹੋ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਰਣ ਦੇਖ ਸੂਰੇ ਚਿੱਤ ਉਲਾਸ। ਯੁੱਧ ਨੂੰ ਦੇਖ ਕੇ ਸੂਰਮਿਆਂ ਦੇ ਚਿੱਤ ਦੇ ਵਿੱਚ ਹਲਾਰੇ ਪੈਦਾ ਹੁੰਦੇ ਆ, ਚਾਅ ਪੈਦਾ ਹੁੰਦਾ ਹੈ। ਆਪਾਂ ਵੇਖਿਆ ਵੱਡੀਆਂ ਵੱਡੀਆਂ ਕੌਮਾਂ ਦੇ ਜਰਨੈਲ ਜਦੋਂ ਦੂਸਰੇ ਦੇਸ਼ਾਂ ਦੇ ਨਾਲ ਯੁੱਧ ਲੱਗਦਾ ਨਾ, ਆਪਣੀਆਂ ਸੇਵਾਵਾਂ ਲੈਣ ਨੂੰ, ਫੈਸਿਲਿਟੀ ਲੈਣ ਨੂੰ, ਸਹੂਲਤਾਂ ਲੈਣ ਨੂੰ, ਤੇ ਜਦੋਂ ਸਟਾਰ ਲੱਗਦੇ ਨੇ, ਸਲੂਟ ਵੱਜਦੇ ਨੇ, ਉਹ ਤਾਂ ਸਭ ਕੁਝ ਚੰਗਾ ਲੱਗਦਾ ਹੈ। ਪਰ ਜਦੋਂ ਯੁੱਧ ਦਾ ਸਮਾਂ ਆਉਂਦਾ ਹੈ ਉਦੋਂ ਸਾਬਣ ਦਾ ਘੋਲ ਪੀ ਪੀ ਕੇ ਹਸਪੀਟਲ ਦੇ ਵਿੱਚ ਐਡਮਿਟ ਹੋ ਜਾਂਦੇ ਨੇ। ਯੁੱਧ ਲੜਨ ਤੋਂ ਟਲ ਜਾਂਦੇ ਨੇ, ਡਰ ਜਾਂਦੇ ਨੇ। ਪਰ ਧੰਨ ਗੁਰੂ ਕੇ ਸਿੱਖ ਚੜ੍ਹਦੀ ਅਵਸਥਾ 18 ਸਾਲ ਦੀ ਉਮਰ ਸਾਹਿਬ ਬਾਬਾ ਅਜੀਤ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ ਯੁੱਧ ਲੜਦਿਆਂ ਹੋਇਆਂ ਸਾਧ ਸੰਗਤ ਦੇ ਪਿਛਲੇ ਪਹਿਰ ਤੱਕ 25 ਸਿੰਘ 40 ਚੋਂ ਸ਼ਹੀਦ ਹੋ ਗਏ। 25 ਸਿੰਘ। ਤੇ ਫਿਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕੀਤੀ, ਕੀ ਚਾਹਣਾ ਅਜੀਤ ਸਿੰਘ? ਕਹਿੰਦੇ ਅਬ ਰੀਝ ਕੇ ਦੇਹੋ ਇਹ ਮੋਹੇ। ਕਹਿੰਦੇ ਹੁਣ ਮੈਨੂੰ ਖੁਸ਼ੀ ਦੇ ਨਾਲ ਜਿਹੜੀ ਮੈਂ ਮੰਗ ਮੰਗਣ ਲੱਗਾ ਨਾ, ਇਹ ਮੈਨੂੰ ਰੀਝ ਕੇ ਖੁਸ਼ੀ ਦੇ ਨਾਲ ਦਿਓ। ਮੋਹੇ ਬੇਨਤੀ मोहे कहा बेनती करके जब आब की ओद निधान बनाए अत ही रण में तब जूझ मरै। कहते हुण मेरा समा आ गया है, हुण मैं बेनती करनी चाहना है। तन जियो ते को जगते मुख ते हार चित में युद्ध विचार है। दे अनित न नित है जस नाव चढ़ा भवसागर तारा है। धीरज धाम बनाए यह तन बुद्ध सो दीपक जो जियारा है। ज्ञाना की बढ़नी मनो हाथ लै कातर ताकतवार उधार है। सतगुरु जी कृपा करो मेरे ते। साध संगत जी इतिहास पढ़ के वेखो, 40 ਸਿੰਘਾਂ चों एक ने भी कहा कि महाराज बहुत दिनों के भुखे हैं,
युद्ध नहीं लड़िया जाना। असी बीमार हैं, बुखार चढ़िया होया, किसी ने कहा एक ने भी। दूजे ते दूजा पहला वारी चाहता है। सतगुरु पातशाह जी ने पुत्र नूं तैयार करके शाबाश दे के भेजिया कि जी अज दूसरे तेरे वीर योधे सूरबीर बहादुर युद्ध दे विच शहीद होए, तैनूं भी धर्म का युद्ध लड़ना चाहिए। साहिबजादा अजीत सिंह ने युद्ध लड़िया, सवा पैर तक आहू लाहे दुश्मनों के। साहिबजादा जुझार सिंह भी लड़िया। पर एक गल थोड़ी इत्थे साध संगत, जदों तक गुरु की कृपा नहीं, अमृतधारी होए नहीं, गुरु दियां खुशियां नहीं लईयां, भावें बड़ियां होर बहुत सारियां बरकतां होण, गुण होण मनुख विच, पर यह गल नहीं आ सकती जब आप की औदन दान बने अत ही रण मैं तब जूझ मरो, जां यह अवस्था नहीं बन सकती। रण देख सूरे चेतो लास, तलवंडी साबो सजे हुए ने धन कलगीधर पातशाह गुरु गोबिंद सिंह जी महाराज। वो भाई डल्ला जिन्हें बड़ी साध संगत की रिस्क भरी जिंदगी दे विच सतगुरु का साथ दिता। एक पासे औरंगजेब दियां फौजां मगर लगियां होईयां है ते वो रियासत का चौधरी है। रियासत के चौधरी उदों हिंदुस्तान के बादशाह के अंडर सन, अधीन सन। जदों सतगुरु के पास वाहिगुरु डल्ले के पास सतगुरु पातशाह जी तलवंडी साबो पहुंचे ने, एक पत्रिका औरंगजेब ने लिख के भेज दी वजीदे दे राही कि चौधरी डल्ला तेरी हुकूमत दे विच, तेरी रियासत दे विच हुकूमत दे बागी आए ने, तू इन्हां नूं गिरफ्तार कर, जां असीं युद्ध लड़ांगे ते साडा साथ दे। चौधरी डल्ले ने उत्तर दिता बड़ी सोच विचार के कि तेरे बागी हो सकते ने, मेरे शहनशाह कलगीधर पातशाह साडे गुरु ने, मेरे धन भाग है कि मेरी रियासत विच आए ने, मैं जिन्नी भी सेवा कर लवां थोड़ी है। बादशाह हिंद जे तू चढ़ के आया तो मैं कलगीधर पातशाह का साथ देंगा, तेरियां चढ़ियां हुई फौजां नाल लड़ के शहीद हो जावांगा, गुरु का साथ नहीं छड्डांगा। ये पत्रकार लिखी, एडी बहादुरी दिखाई, रिस्क लिया। सतगुरु पातशाह जी नूं बाद विच पता लगा, कहंदे चौधरीआ काहनूं इन्ना रिस्क लेना सी भाई, असीं ते जंगलां दे विच चले जा रहे हैं, तू सानूं दस दिंदा असीं अगे चले जांदे। नहीं महाराज, बड़ी किरपा कीती तुसीं साडे ते, मैं आप जी दा साथ किवें छड्ड सकदा। शाबाश दित्ती महाराज ने, ते थोड़े हंकार दे हौमै दे खंभ निकल आए, ते महाराज ने वो भी साफ करने सी ना, क्योंकि वो तो समर्थ गुरु है, सब कुछ जानते ने, सिखां दा भला भी करना है। एक दिन बहुत वधिया राइफल दनाली रफल आई, ते सतगुरु पातशाह जी कहंदे डल्लिया बड़ी सोहनी रफल आई है, पर परखनी है भाई। कहंदे हाँ जी, हथियार ते परख के ही रखना चाहिए। कहंदे चंगा फिर, क्योंकि पहला कुछ गल्लां बातां दे विच बचन कहे सी डल्ले ने। कहंदे महाराज साहिबजादे शहीद नहीं सी करवाने चाहिए, जे चमकौर दे युद्ध तो पहला तुसीं सानूं किते सद भेज देना ते मेरे सूरबीर बहादुर योधे बराड़ां दी फौज वेंदे किवें तुहाडा साथ दिंदी। महाराज कहंदे ठीक है भाई, समा नहीं सी इहो जिहा, हालात इहो जे बने, पर जिहड़े मेरे नाल सूरबीर योधे बहादुर सी ना, वो भी बड़े कमाल दे योधे सन, उन्हां दी बराबर किसी दी होर उपमा नहीं की जा सकती। पर कोई नहीं, समा आउण ते जिहड़े तेरी फौज दे बहादुर योधे आ वो भी परख लवांगे भाई। अज परख दा समा आ गया। रण देख सूरे चेतो लास, क्या तू अपनी फौज दे विचों 2 बंदे लैके आ, 2 की करना है महाराज। कहंदे आ राइफल दुनाली, एक फैर मैं एक ते करांगा, दूसरा दूजे ते करांगा, परखी जाएगी रफल। सोचां च पै गया भी बंदियां ते ही रफल परखनी है, पर गुरु का हुक्म है। अपनी फौज दे विच जाके हुक्म चाड़िया भाई 2 बंदे तैयार होके पहुंचो सतगुरु के दरबार में, परखनी है राइफल। तो ये समझ के चलियो कि गुरु का निशाना आला नहीं जाना, उन्हें पार चले जाना। कोई ना तैयार होया, बड़े बारी समझाया।
आके निमो झाणा जिहा बैठ गया, कहंदा महाराज कोई बनदा नहीं। कहंदे कोई गल नहीं, आपां ते राइफल परखणी है डलिया, जा साडे सामने घोड़ियां दे तबेले दे विच जिहड़े सिंह घाई है ना, घोड़ियां दे खरखरा करन वाले आ, घोड़ियां नूं पट्ठे पाउण वाले आ, उत्थे जाके तबेले च आवाज देई कि गुरु के सिखो राइफल परखनी आ, ना ना लई किसे दा, तू वैसे ही कह दी गुरु ने 2 सिखां नूं सद्दिया है। इवें कीता ते आप गया कि वेखां ते सही भी किवें गुरु के सिख इस गल नूं मन्नणगे। उत्थे भाई धीर सिंह ते भाई वीर सिंह मजहबी सिंह, साध संगत मजहबी सिंघां दा बड़ा वड्डा इतिहास है। दोने प्यो पुत्र ने, घोड़ियां दी सेवा करते ने ते वीर सिंह दस्तार सजा रहा है। आवाज दी डल्ले ने, 2 सिख बुलाए ने कलगीधर महाराज ने, उन्हां ते रफल परखनी है, रफल परखे दोनों नूं मार देना महाराज ने। ते हुणे बुलाया भाई कोई 2 सिख पहुंचो। दस्तार वीर सिंह ने हत्थ विच फड़ी है ते भज्जिया जांदा, दस्तार बन रहा है ते धीर सिंह उत्थे ही टोकरा सिੱਟ के मगर भज लिया भी मेरा किते दाज ना रह जावे। सामने खड़े ने, महाराज पुछदे ने भी पहला कौन आया। वीर सिंह कहंदा मैं पहला आया जी। रण देख सूरे चेतो लास। धीर सिंह कहंदा महाराज ये कित्थों पहला आया, ते पग बनदा आउंदा सी, मैं पहला आया। महाराज कहंदे कोई नहीं भाई, दोने ही खलो जाओ। डल्ले दियां फौजां भी होर गुरसिख संगतां भी बड़ियां सजियां होईयां ने। महाराज सच्चे पातशाह जी ने दोने रौंद भर ले, सिस्त लई, अपने कर कमलों के नाल राइफल उठाई, सिस्त बन के दोवां दे उपर दी हवाई फैर कर दिते ते महाराज ने उठ के छाती नाल लाया। वीर सिंह धीर सिंह दी अज भी उत्थे यादगार बनी, गुरुद्वारा बनया होया दमदमा साहब। साध संगत डल्ले दा हंकार दा टिल्ला ढह गया। कहंदा महाराज मैं भुलिया सी। कहंदे तू हले अमृत नहीं छकिया डलिया, जे तू अमृत छकिया हुंदा ना तू हथ जोड़ के कहना सी महाराज मैं खड़े हो जाना, होर किसे दी की लोड़ है। पर तू जे अमृत छकिया हुंदा फिर तेरे च अवस्था बननी सी। कहंदा महाराज हुण किरपा करो, हुण अमृत छकाओ। फिर कलगीधर पातशाह जी ने भाई डल्ले नूं अमृत छकाया, सारे परिवार नूं अमृत छकाया। सो ये अमृत दीयां बरकतां हन, एक थां ते नहीं भाई, थवां थावां ते होया है। गुरु के सिखां नूं जिथे धर्म दी आण बनी है। मैं एक छोटी जी बेनती करां, 1984 च बाद च पता लगा दास नूं एक सिंह तो, एक सिंह सी दलबीर सिंह अभ्यासी, बड़ा अभ्यास करदा सी, महाराज दी बाणी पढ़दा सी, सिमरन करदा सी। 3 जून नूं जदों 4 सपेरे हिंद फौजां दा घेरा पिया होया सी ना, किसी एक सिख नूं भेजिया सिंह नूं, संत बाबा जरनैल सिंह जी खालसा ने कहंदे जा भाई दलबीर सिंह नूं सद के लिया। भाई दलबीर सिंह नूं जो सुनेहा मिलिया उहदे मन विच आया भी मेरी किते ड्यूटी ला के मैनूं इत्थों बाहर ना भेज देण, ते मैं चाहना भी इत्थे ही हुण मैं युद्ध लड़ के अपने स्वास इत्थे दियां ते इत्थे अपना फर्ज पूरा करां। कहंदा भी मेरी बेनती आ। कहंदे दसो। कहंदे की क्या उन्होंने? कहंदे उन्होंने कहा मेरा सुनेहा दिओ भी उन्होंने मेरे को सदो बुलाओ उन्होंने। कहंदे मेरे वालों एक बेनती कर दें। कहंदे की बेनती करा? कहंदा बस आप पढ़ दें जिस प्यारे से नेहो तिस आगा मर चलिए त्रिग जीवन संसार ताके पाछे जीवन रण देख सूरे चेतो लास। साध संगत ये नाम धारी नाम जपन वाले नाम धारीक गुरु के सिखां दा जीवन होया करदा। सो इस वास्ते धर्म दे जो भी बण आउंदी है साध संगत बेअंत सिखां दा जो क्या कि सिख धर्म ही खत्म कर दिता गया है। 2 ही सिख भाई बोता सिंह ते भाई गरजा सिंह कहंदे सिंघा कहंदे सिख खत्म कर दिते गए आ। सिख धर्म का बंदा ही नहीं छड्डिया कोई। कहंदे जे आपां इन्ना ही जनाया ना भी असीं सिख धर्म दे विचों हले हैगे आ ते गल बननी नहीं। सरकारे दरबारे ये गल जानी चाहिदी है भी सिख हैगे ही नहीं, सिखां दा राज हैगा राज। सिख 2 ही ने। साध संगत झबाल दे कोले गुरु के सिखां ने नाका ला लिया।
ਕੋਲੇ ਕੀ ਹੈ? ਬੇਰੀ ਦੇ ਟੰਬੇ, ਕੋਈ ਹਥਿਆਰ ਨਹੀਂ। ਜਿਹੜਾ ਕੋਈ ਗੱਡਾ ਆਉਂਦਾ ਹੈ, ਜਿਹੜਾ ਕੋਈ ਹੋਰ ਵਾਹਨ ਆਉਂਦਾ ਹੈ, ਉਹਨੂੰ ਰੋਕ ਲੈਂਦੇ ਨੇ, ਇੱਥੇ ਆਨਾ ਦੇ ਕੇ ਜਾ, ਇੱਥੇ ਦੀਵਾਨੀ ਦੇ ਕੇ ਜਾ। ਇਹ ਸਿੰਘਾਂ ਦਾ ਰਾਜ ਦਾ ਟੈਕਸ ਲੱਗਾ ਹੋਇਆ ਹੈ। ਤੇ ਗੱਲ ਸਰਕਾਰ ਕੋਲੇ ਪਹੁੰਚ ਗਈ। ਆਪਾਂ ਕਹਿੰਦੇ ਸਿੱਖ ਮਾਰ ਦਿੱਤੇ, ਸਿੱਖ ਛੱਡਿਆ ਕੋਈ ਨਹੀਂ, ਤੇ ਸਿੱਖ ਤੇ ਹਰਜਾਨਾ ਅਗਰਾ ਰਹੇ ਨੇ। ਉਹ ਤਾਂ ਰਾਜ ਸਥਾਪਿਤ ਕਰਕੇ ਬੈਠੇ ਨੇ। ਸਾਧ ਸੰਗਤ ਭਾਵੇਂ ਘੇਰਾ ਪਾ ਕੇ ਘਮਸਾਨ ਦੇ ਯੁੱਧ ਦੇ ਵਿੱਚ ਦੋਵੇਂ ਸ਼ਹੀਦ ਹੋ ਗਏ ਸਨ, ਭਾਈ ਗਰਜਾ ਸਿੰਘ ਤੇ ਬੋਤਾ ਸਿੰਘ। ਇਹੋ ਜਿਹੇ ਸਿੰਘ ਹੈ ਭਾਈ। ਗੁਰੂ ਕੇ ਸਿੱਖਾਂ ਨੇ ਧਰਮ ਦੀ ਖਾਤਰ ਜਦੋਂ ਵੀ ਇਹਨਾਂ ਦੇ ਮਨ ਦੇ ਵਿੱਚ ਕੋਈ ਉਬਾਲਾ ਉੱਠਿਆ, ਚਾਹ ਆਇਆ, ਫਿਰ ਰਣ ਦੇਖ ਸੂਰੇ ਚਿੱਤ ਉਲਾਸ। ਇਹਨਾਂ ਦੇ ਚਿੱਤ ਦੇ ਅਮਾਤ ਪਰਖੇ ਹੀ ਨਹੀਂ ਜਾ ਸਕਦੇ। ਐਸੇ ਸਤਿਗੁਰੂ ਦੇ ਪਿਆਰੇ ਹਨ ਜਿਹੜੇ ਭਾਈ ਨਾਮ ਬਾਣੀ ਦੇ ਵਿੱਚ ਰਚੇ ਹੋਏ ਨੇ, ਰੰਗੇ ਹੋਏ ਨੇ। ਇਹ ਉਹਨਾਂ ਦੀ ਅਵਸਥਾ ਸਤਿਗੁਰੂ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਕਿਰਪਾ ਕਰਕੇ ਦਰਸਾ ਰਹੇ ਹਨ। ਕਿਰਪਨ ਕਉ ਆਤ ਧਨ ਪਿਆਰ। ਜਿਸ ਤਰ੍ਹਾਂ ਕਹਿੰਦੇ ਭਾਈ ਕਿਰਪਨ ਹੁੰਦਾ ਸੂਮ ਬੰਦਾ, ਕੋਲੇ ਧਨ ਰੋਕੜੀ ਪੈਸਾ ਹੋਵੇ ਵੀ ਕਿਤੇ ਧਰਮ ਅਰਥ ਵਰਤ ਨਹੀਂ ਸਕਦਾ, ਖਰਚ ਨਹੀਂ ਸਕਦਾ, ਉਹਦੇ ਚਿੱਤ ਵਿੱਚ ਮਾਹ ਹੀ ਨਹੀਂ ਆਉਂਦਾ। ਕਹਿੰਦੇ ਜਿਸ ਤਰ੍ਹਾਂ ਸੂਮ ਬੰਦਿਆਂ ਨੂੰ ਧਨ ਦੇ ਨਾਲ ਬਹੁਤਾ ਪਿਆਰ ਹੁੰਦਾ ਹੈ। ਹਰ ਜਨ ਕਉ ਹਰ ਹਰ ਆਧਾਰ। ਇਸੇ ਤਰ੍ਹਾਂ ਭਾਈ ਜਿਵੇਂ ਸੂਮ ਬੰਦੇ ਨੂੰ ਹੁੰਦਾ ਨਾ, ਮੈਂ ਹੋਰ ਥੋੜਾ ਜੋੜ ਲਾਂ, ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਜੇ 1 ਰੁਪਈਆ ਕਹਿੰਦਾ 100 ਹੋਵੇ, ਮਿਲ ਕੋਈ 100 ਹੋਵੇ ਤਾਂ 1000 ਹੋਵੇ, 1000 ਹੋਵੇ ਤਾਂ ਲੱਖ ਹੋਵੇ, ਤੇ ਫਿਰ ਅੰਤ ਹੀ ਨਹੀਂ। ਤੇ ਇਸੇ ਤਰ੍ਹਾਂ ਪ੍ਰਮਾਤਮਾ ਦੇ ਪਿਆਰੇ ਨੇ। ਜੇ ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਮਨ ਵਿੱਚ ਚਾਅ ਆਉਂਦਾ ਹੈ ਕਿ 2 ਕਰਾਂ, 2 ਕਰਨ ਲੱਗੇ ਤਾਂ ਫਿਰ 4 ਕਰਾਂ। ਜੇ 4 ਕਰਦੇ ਤੇ ਮੈਂ ਕਹਿੰਦਾ 10 ਕਰਾਂ, 11 ਕਰਾਂ, ਫਿਰ ਵੱਧਦਾ। ਜਿਸ ਤਰ੍ਹਾਂ ਮਹਾਰਾਜ ਨੇ ਉਦਾਹਰਨ ਦੇਖੋ ਕਿੰਨੀ ਸੁੰਦਰ ਦਿੱਤੀ ਹੈ। ਜਿਵੇਂ ਕਹਿੰਦੇ ਸੂਮ ਬੰਦਿਆਂ ਨੂੰ ਪੈਸੇ ਦੇ ਨਾਲ ਪਿਆਰ ਹੁੰਦਾ ਹੈ, ਤੇ ਹਰੀ ਦੇ ਪਿਆਰਿਆਂ ਨੂੰ, ਪ੍ਰਮਾਤਮਾ ਦੇ ਗੁਰਸਿੱਖਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ, ਬਾਣੀ ਦੇ ਨਾਲ ਪਿਆਰ ਹੁੰਦਾ ਹੈ। ਤੇ ਫਿਰ 8 ਪੈਰ ਊਠਤ ਬੈਠ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਸ ਅਵਸਥਾ ਤੇ ਪਹੁੰਚ ਜਾਂਦੇ ਨੇ। ਇਸ ਵਾਸਤੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਉਹ ਫਿਰ ਨਾਮ ਰੰਗ ਦੇ ਵਿੱਚ ਭਾਈ ਇਸ ਤਰ੍ਹਾਂ ਨਾਮ ਨੂੰ ਇਕੱਠਾ ਕਰਨ ਲੱਗਦੇ, ਨਾਮ ਤੁਹਾਨੂੰ ਇਕੱਤਰ ਕਰਦੇ ਨੇ। ਪਹਿਲਾਂ ਮਹਾਰਾਜ ਨੇ ਸ਼ਬਦ ਆਰੰਭ ਹੀ ਇੱਥੋਂ ਕੀਤਾ ਨਾ, ਜਿਵੇਂ ਕਹਿੰਦੇ ਹਟਵਾਣੀਆਂ ਹੱਟੀ ਦੇ ਵਿੱਚ ਆਪਣਾ ਮਾਲ ਸਵਾਬ ਇਕੱਠਾ ਕਰਦਾ ਹੈ, ਕਹਿੰਦੇ ਉਸੇ ਤਰ੍ਹਾਂ ਇਹ ਦੇਹ ਰੂਪ ਹੱਟ ਦੇ ਵਿੱਚ ਪਰਮਾਤਮਾ ਦੇ ਨਾਮ ਤੁਹਾਨੂੰ ਇਕੱਤਰ ਕਰਦੇ ਨੇ। ਨਾਲ ਫਿਰ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ। ਤੇ ਜਿਵੇਂ ਕਿਰਪਨ ਬੰਦੇ ਨੂੰ, ਸੂਮ ਬੰਦੇ ਨੂੰ ਧਨ ਦੇ ਨਾਲ ਪਿਆਰ ਹੈ, ਇਸੇ ਤਰ੍ਹਾਂ ਪਰਮਾਤਮਾ ਦੇ ਪਿਆਰਿਆਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਅਤਿਅੰਤ ਪਿਆਰ ਹੈ। ਸਰਬ ਰੰਗ ਇੱਕ ਰੰਗ ਮਾਹੇ। ਕਿਉਂਕਿ ਰੰਗ ਨਾਮ ਪ੍ਰੇਮ ਦਾ ਹੈ। ਰੰਗ ਨਾਮ ਦੁਨੀਆ ਦੇ ਰੰਗ ਤਮਾਸ਼ਿਆਂ ਦਾ ਵੀ ਹੈ। ਕਹਿੰਦੇ ਜੇ ਸਾਰੇ ਰੰਗ ਦੇਖੇ ਨੇ ਨਾ, ਤੇ ਸਾਰੇ ਰੰਗਾਂ ਦੇ ਵਿੱਚ ਇੱਕ ਪ੍ਰਮਾਤਮਾ ਦੇ ਨਾਮ ਦਾ ਰੰਗ ਹੈ, ਨਾਮ ਪ੍ਰੇਮ ਹੈ, ਪ੍ਰਮਾਤਮਾ ਦੇ ਨਾਮ ਦਾ ਨਾਲ ਪ੍ਰੇਮ ਹੈ। ਜੇ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਪਾ ਲਈਏ ਤੇ ਫਿਰ ਸਾਰੀਆਂ ਵਸਤੂਆਂ, ਸਾਰਾ ਧਨ, ਸਾਰੀ ਸੋਭਾ, ਸਾਰਾ ਹੀ ਕੁਝ ਇਹਦੇ ਪਿੱਛੇ ਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ ਕਿ ਭਾਈ ਜੇ ਕੋਈ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਵੇ ਤੇ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਉਹਦੀ ਅਵਸਥਾ ਇਹੋ ਜਿਹੀ ਬਣਦੀ, 4 ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਨੀ ਪਰੈ। ਇਹ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਤੇ ਇਹੀ ਦਰ ਤੈਨੂੰ ਦੱਸਿਆ ਭਾਈ, ਇੱਥੋਂ ਸਭ ਕੁਝ ਮਿਲ ਸਕਦਾ, ਤੈਨੂੰ ਭਰੋਸਾ ਹੈ। ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦਵਾਰੀ। ਮਹਾਰਾਜ ਹੋਰ ਕੋਈ ਥਾਂ ਹੀ ਨਹੀਂ, ਕਿੱਥੇ ਜਾਈਏ? ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ 84 ਲੱਖ ਜੂਨਾਂ ਦੇ ਵਿੱਚੋਂ ਘੁੰਮ ਕੇ ਉਹਨਾਂ ਦੇ ਦੁੱਖ ਭੋਗ ਕੇ ਆਪ ਜੀ ਨੇ ਕਿਰਪਾ ਕੀਤੀ, ਮਨੁੱਖਾ ਜਨਮ ਮਿਲਿਆ। ਤੇ ਮਹਾਰਾਜ ਹੁਣ ਆਪ ਜੀ ਦੇ ਦੁਆਰੇ ਤੋਂ ਬਿਨਾਂ ਏਡੀ ਵੱਡੀ ਪ੍ਰਾਪਤੀ ਕਿੱਥੋਂ ਹੋ ਸਕਦੀ ਹੈ? ਇਸ ਵਾਸਤੇ ਜੇ ਆਪ ਜੀ ਦੇ ਨਾਮ ਦਾ ਰੰਗ ਪ੍ਰੇਮ ਚੜ ਜਾਵੇ ਤਾਂ ਸਾਰੇ ਪ੍ਰੇਮਾਂ ਦੀ ਪੂਰਤੀ ਹੋ ਜਾਂਦੀ ਹੈ। ਸਰਬ ਸੁਖਾ ਸੁਖ ਹਰ ਕੈ ਨਾਏ। ਕਹਿੰਦੇ ਭਾਈ ਜੇ ਸਾਰੇ ਹੀ ਸੁਖ ਚਾਹਣਾ ਹੈ ਤੇ ਫਿਰ ਪ੍ਰਮਾਤਮਾ ਦੇ ਨਾਮ ਵਿੱਚੋਂ ਤੈਨੂੰ ਸਾਰੇ ਸੁੱਖ ਮਿਲ ਜਾਂਦੇ ਆ। ਫਿਰ ਦੁੱਖ ਨਹੀਂ ਮਿਲੇਗਾ, ਦੁੱਖ ਨਹੀਂ ਲੱਗੇਗਾ, ਦੁੱਖ ਤੈਨੂੰ ਪੋਏਗਾ ਹੀ ਨਹੀਂ।
दुख तू महसूस ही नहीं करेगा। ऐसी कृपा हो जाएगी। तिस है प्राप्त एहो निधान। ये कहते खजाना है भाई, बहुत वड्डा खजाना। कहते प्राप्त किनू होवेगा? खजाना ते पिया है पर आप प्राप्त नहीं करते। महाराज सच्चे पातशाह जी वाजा मारते ने, प्यो दादे का खोल डिठा खजाना, ता मेरे मन भया निधाना। रतन लाल तक कछु न मोल, भरे भंडार अखूट अतोल। खावो खर्चो रल मिल भाई, तोट न आवे वाधो जाई। ये खजाना है भाई, मिलेगा किनू? कहो नानक जिन मस्तक लेख लिखाए, सो एत खजाने लिया रलाए। ਉਹਨੂੰ ਭਾਈ ਇਸ ਖਜ਼ਾਨੇ ਦੇ ਨਾਲ ਭਾਈਵਾਲ ਬਣਾ ਲਵੇਗਾ। ਉਹ ਅੱਗੇ ਇਸ ਖਜ਼ਾਨੇ ਨੂੰ ਹੋਰ ਵੰਡ ਲਵੇ, ਜਿੰਨਾ ਮਰਜ਼ੀ ਵੰਡ ਲਵੇ ਮੁੱਕੇਗਾ ਨਹੀਂ। ਇਹ ਖਜ਼ਾਨਾ ਕਿਤੇ ਮੁੱਕਣ ਵਾਲਾ ਭਾਈ। ਜਪਿਓ ਸਾਰੇ ਗੱਜ ਕੇ ਵਾਹਿਗੁਰੂ ਦਾ ਨਾਮ ਜਪਿਓ ਭਾਈ। ਵਾਹਿਗੁਰੂ 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 ਵਾਹਿਗੁਰੂ। ਇਹ ਖਜ਼ਾਨਾ ਭਾਈ, ਖਜ਼ਾਨੇ 'ਚ ਹੱਥ ਮਾਰ ਕੇ ਵੇਖੋ। ਵਾਹਿਗੁਰੂ 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 ਵਾਹਿਗੁਰੂ। ਨਹੀਂ ਦੁੱਖ ਲੱਗੇਗਾ। ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪੇਗਾ, ਜਿਹੜਾ ਨਾਮ ਵਿੱਚ ਭੇਦਤਾ ਹੋ ਗਿਆ, ਉਹਦਾ ਖੋਪਰਾ ਲੱਥ ਜਾਏ, ਉਹਨੂੰ ਦੋ ਫਾੜ ਕਰ ਦਿੱਤਾ ਜਾਵੇ, ਉਹਨੂੰ ਦੇਗ 'ਚ ਵਾਲ ਦਿੱਤਾ ਜਾਵੇ, ਸਿਰ ਲੱਥ ਜਾਵੇ, ਨਹੀਂ ਦੁੱਖ ਮੰਨੇਗਾ। ਮਹਾਰਾਜ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਗਏ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗੇਗਾ। ਤਿਸ ਹੈ ਪ੍ਰਾਪਤ ਇਹੋ ਨਿਧਾਨ, ਹਾਂਜੀ ਨਾਨਕ ਗੁਰ ਜਿਸ ਕਰੇ ਦਾਨ। ਇਹ ਕਹਿੰਦੇ ਖਜ਼ਾਨਾ ਉਹਨੂੰ ਪ੍ਰਾਪਤ ਹੋਵੇਗਾ, ਕੋਈ ਜ਼ੋਰ ਨਹੀਂ। ਸਾਧ ਸੰਗਤ ਜੀ, ਅਸੀਂ ਦਾਵਾ ਨਹੀਂ ਕਰ ਸਕਦੇ। ਅਸੀਂ ਤੇ ਦਾਅਵੇ ਕਰਦੇ ਹਾਂ, ਹਫਤਾ ਹੋ ਗਿਆ ਜੀ, ਰੋਜ਼ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਮਨ ਹੀ ਨਹੀਂ ਲੱਗਦਾ। ਸਾਲ ਹੋ ਗਿਆ ਜੀ। ਮਹਾਰਾਜ ਕਹਿੰਦੇ ਨਹੀਂ ਭਾਈ, ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹਿ ਨਿਸੰਗ। ਭਾਈ ਜਿਹੜਾ ਦਾਵਾ ਕਰਦਾ ਹੀ ਨਹੀਂ ਨਾ, ਨਿਸੰਗ ਹੋ ਕੇ ਪ੍ਰਮਾਤਮਾ ਦਾ ਨਾਮ ਜਪੇ, ਇਸ ਵਾਸਤੇ ਅਸੀਂ ਦਾਵਾ ਨਹੀਂ ਕਰ ਸਕਦੇ। ਇਹ ਖਜ਼ਾਨਾ ਕਿਹਨੂੰ ਮਿਲੇਗਾ? ਮਹਾਰਾਜ ਕਹਿੰਦੇ ਜਿਹਨੂੰ ਇਹ ਦਾਨ ਦੇ ਦੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ। ਉਦਾਂ ਹੀ ਸਾਡੇ ਜੋ ਗੁਣ ਔਗਣ ਵਿਚਾਰਨ ਲੱਗਣ ਤੇ ਫਿਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਦਇਆ ਕਰੋ ਕਸ਼ਮੀਰ ਪਾਵੋ, ਡੁੱਬਦੇ ਪੱਥਰ ਤਾਰੇ। ਆਪਾਂ ਲੇਖਿਆਂ ਦੇ ਨਾਲ ਕਿਤੇ ਛੁੱਟ ਸਕਦੇ ਹਾਂ? ਲੇਖਿਆ ਕਿਤੇ ਨਾ ਛੁੱਟੀਐ, ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪੇ ਹੀ ਕਿਰਪਾ ਕਰਦੇ ਹੋ। ਸੋ ਇਸ ਵਾਸਤੇ ਸਤਿਗੁਰੂ ਜੀ, ਜੇ ਆਪ ਰਹਿਮਤ ਕਰੋਗੇ, ਕਿਰਪਾ ਕਰੋਗੇ, ਆਪਣੇ ਨਾਮ ਧਾਰੀਕ ਸਿੱਖ ਜਾਣ ਕੇ ਸਾਡੇ ਤੇ ਬਖਸ਼ਿਸ਼ ਕਰ ਦਿਓਗੇ, ਤਾਂ ਸਾਨੂੰ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੋਵੇਗਾ। ਇਹ ਗੁਰਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ। ਹਮਰੇ ਕਰਮ ਨਾਲ ਵਿਚਰੋ ਠਾਕਰ, ਤੁਮ ਪੈਜ ਰੱਖੋ ਅਪਨੀਦੇ। ਮਹਾਰਾਜ ਜੇ ਸਾਡੇ ਕਰਮਾਂ ਨੂੰ ਵਿਚਾਰਨ ਲੱਗੇ, ਅਸੀਂ ਤਾਂ ਗਲ ਤੱਕ ਪਾਪਾਂ ਨਾਲ ਭਰੇ ਹੋਏ ਆ, ਸਾਡੇ ਤੇ ਫਿਰ ਬਖਸ਼ਿਸ਼ ਹੋ ਹੀ ਨਹੀਂ ਸਕਦੀ। ਤੇ ਜਦੋਂ ਆਪ ਜੀ ਦਾ ਬਿਰਦ ਦੇਖਿਆ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਮਹਾਰਾਜ ਇਹ ਆਪ ਜੀ ਦਾ ਸੰਦਾ ਬਿਰਦ ਹੈ, ਇਹ ਆਪ ਜੀ ਦਾ ਹੀ ਆ, ਹੋਰ ਕਿਸੇ ਕੋਲ ਹੈ ਵੀ ਨਹੀਂ ਇਹ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ, ਆਪ ਜੀ ਜੀ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਪ੍ਰਮਾਤਮਾ ਦੇ ਨਾਮ ਦਾ ਦਾਨ ਦੇ ਦਿਓ, ਗੁਰਸਿੱਖੀ ਦਾ ਦਾਨ ਦੇ ਦਿਓ, ਰਹਿਤ ਮਰਜ਼ਾਦਾ ਦਾ ਦਾਨ ਦੇ ਦਿਓ। ਇਸ ਵਾਸਤੇ ਭਾਈ ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਨ੍ਹਾਂ ਨੇ ਛਕਿਆ ਹੋਇਆ ਹੈ, ਤਿਆਰ ਬਰ ਤਿਆਰ ਰਹੋ, ਸਤਿਗੁਰੂ ਦੀ ਬਾਣੀ ਨਾਲ ਜੁੜੋ, ਨਿਤਨੇਮ ਨਾਲ ਜੁੜੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨਗੇ। 10 ਤੋਂ 2 ਦਿਨਾਂ ਦੇ ਵਿੱਚ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਦਿਓ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਕਿਰਪਾ ਕਰਕੇ ਬਖਸ਼ ਲੈਣ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚੇ ਰੂਪ ਵਿੱਚ ਹੀ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਸਰਬ ਰੰਗ ਇੱਕ ਰੰਗ ਮਾਹੇ,
ਸਰਬ ਸੁਖਾ ਸੁਖ ਹਰਿ ਕੈ ਨਾਏ। ਤਿਸਹਿ ਪ੍ਰਾਪਤ ਇਹੋ ਨਿਧਾਨ, ਨਾਨਕ ਗੁਰ ਜਿਸ ਕਰੇ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।